subscribe our channel and press the bell icon ताकि कोई भी नवी अपडेट तुसी मिस ना करो। ਸਤਿ ਸ਼੍ਰੀ ਅਕਾਲ ਜੀ। ਸਾਂਝਾ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਗੁਰਬਾਜ ਸਿੰਘ ਬਰਾੜ ਵੱਲੋਂ ਜੀ ਆਇਆਂ। ਨਵੇਂ ਸਾਲ ਦੀ ਆਮਦ ਦਾ ਅਸੀਂ ਸਵਾਗਤ ਕਰਦੇ ਹਾਂ ਤੇ ਉਮੀਦ ਕਰਦੇ ਹਾਂ ਕਿ ਨਵਾਂ ਵਰ੍ਹਾ 2021 ਸਾਰਿਆਂ ਲਈ ਨਵੀਆਂ ਖੁਸ਼ੀਆਂ ਖੇੜੇ ਲੈ ਕੇ ਆਏ। ਨਵੇਂ ਸਾਲ ਦੇ ਅੱਜ ਪਹਿਲੇ ਹੀ ਪ੍ਰੋਗਰਾਮ ਦੇ ਵਿੱਚ ਅਸੀਂ ਇੱਕ ਖਾਸ ਮਖਸੂਸ ਵਿਸ਼ੇ 'ਤੇ ਗੱਲਬਾਤ ਕਰਨ ਲਈ ਖਾਸ ਮਹਿਮਾਨ ਬੁਲਾਏ ਹੋਏ ਨੇ, ਉਹਨਾਂ ਨਾਲ ਵਿਸ਼ੇਸ਼ ਮੁਲਾਕਾਤ ਹੋਏਗੀ। ਪ੍ਰੋਗਰਾਮ ਖਾਸ ਮੁਲਾਕਾਤ ਹਰ ਹਫਤੇ ਪ੍ਰਸਾਰਿਤ ਹੋਣ ਵਾਲਾ ਤੁਹਾਡਾ ਆਪਣਾ ਪ੍ਰੋਗਰਾਮ ਹੈ ਜਿਸ ਨੂੰ ਤੁਸੀਂ ਪਸੰਦ ਕਰਦੇ ਆ ਰਹੇ ਹੋ। ਸਿੱਖੀ ਇੱਕ ਉੱਚੀ ਸੁੱਚੀ ਜੀਵਨ ਜਾਂਚ ਦਾ ਨਾਮ ਹੈ। ਸਿੱਖੀ ਖੰਨਿਓ ਤਿੱਖੀ ਵਾਲੋਂ ਨਿੱਕੀ ਕਹਿ ਕੇ ਵੀ ਸਿੱਖੀ ਨੂੰ ਵਡਿਆਇਆ ਗਿਆ ਅਤੇ ਪੈਂਡਾ ਬੜਾ ਔਖਾ ਹੈ। ਇਸ ਮਾਰਗ 'ਤੇ ਤੁਰਨ ਦੇ ਲਈ ਚਰਖੜੀਆਂ 'ਤੇ ਚੜ੍ਹਨਾ ਪੈਂਦਾ, ਆਰਿਆਂ ਨਾਲ ਚਰਾਉਣਾ ਪੈਂਦਾ ਅਤੇ ਬੰਦ ਕਟਵਾਉਣੇ ਪੈਂਦੇ ਨੇ। ਘੋੜਿਆਂ ਦੀਆਂ ਕਾਠੀਆਂ ਨੂੰ ਪਲੰਘ ਬਣਾਉਣਾ ਪੈਂਦਾ। ਅੱਜ ਅਸੀਂ ਸਿੱਖੀ ਜੀਵਨ ਜਾਂਚ ਬਾਰੇ ਗੱਲਬਾਤ ਕਰਨੀ ਹੈ। ਸਿੱਖੀ ਜੀਵਨ ਜਾਂਚ ਦੇ ਵਿੱਚ ਰਹਿਤ ਮਰਿਆਦਾ ਦਾ ਭਾਵ ਸਿੱਖੀ ਦੇ ਕੋਡ ਆਫ ਕੰਡਕਟ ਦਾ ਬਹੁਤ ਅਹਿਮ ਰੋਲ ਹੈ। ਸਿੱਖਾਂ ਦੇ ਲਈ ਇਹ ਕੋਡ ਆਫ ਕੰਡਕਟ ਕਦੋਂ ਲਾਗੂ ਹੋਣੇ ਸ਼ੁਰੂ ਹੋਏ, ਕਿਸ ਨੇ ਲਾਗੂ ਕੀਤੇ, ਸਿੱਖੀ ਕੋਡ ਆਫ ਕੰਡਕਟ ਹੈ ਕੀ, ਰਹਿਤਾਂ ਕੀ ਨੇ ਅਤੇ ਕੁਰੈਤਾਂ ਕੀ ਨੇ, ਇਹਨਾਂ ਬਾਰੇ ਅਜੇ ਵੀ ਸਿੱਖ ਸਮਾਜ ਦੇ ਵਿੱਚ ਬਹੁਤ ਸਾਰੇ ਭੁਲੇਖੇ ਪਾਏ ਜਾਂਦੇ ਨੇ। ਇਹਨਾਂ ਭੁਲੇਖਿਆਂ ਨੂੰ ਸਮੇਂ-ਸਮੇਂ 'ਤੇ ਦੂਰ ਕਰਨ ਦੇ ਯਤਨ ਹੋਏ ਨੇ, ਪਰੰਤੂ ਹਾਲ ਹੀ ਦੇ ਵਿੱਚ ਕੁਝ ਹਫ਼ਤੇ ਪਹਿਲਾਂ ਉੱਘੇ ਸਿੱਖ ਸਕਾਲਰ ਸਰਦਾਰ ਗੁਰਚਰਨਜੀਤ ਸਿੰਘ ਲਾਂਬਾ ਹੋਰਾਂ ਨੇ ਬੜੀ ਖੋਜ ਕਰਨ ਤੋਂ ਬਾਅਦ ਇੱਕ ਪੁਸਤਕ ਲਿਖੀ, ਸਾਖੀ ਸਿੱਖ ਰਹਿਤ ਮਰਿਆਦਾ ਜੀ ਕੀ। ਅੱਜ ਇਸ ਪੁਸਤਕ ਦੇ ਹਵਾਲੇ ਨਾਲ ਸਿੱਖ ਰਹਿਤ ਮਰਿਆਦਾ 'ਤੇ ਅਸੀਂ ਗੱਲਬਾਤ ਕਰਨੀ ਹੈ। ਸਰਦਾਰ ਲਾਂਬਾ ਜੀ ਉੱਘੇ ਸਿੱਖ ਵਿਦਵਾਨ ਨੇ। ਉਹਨਾਂ ਨੇ ਇਸ ਪੁਸਤਕ ਤੋਂ ਪਹਿਲਾਂ ਵੀ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਬਾਰੇ ਅਤੇ ਧਾਰਮਿਕ ਪ੍ਰਸੰਗਾਂ ਬਾਰੇ ਹੋਰ ਬਹੁਤ ਸਾਰੀਆਂ ਖੋਜ ਭਰਪੂਰ ਪੁਸਤਕਾਂ ਲਿਖੀਆਂ ਨੇ। ਵੱਖ-ਵੱਖ ਟੀਵੀ ਚੈਨਲਾਂ 'ਤੇ ਉਹ ਅਕਸਰ ਗੱਲਬਾਤ ਕਰਨ ਲਈ ਦੇਖੇ ਜਾ ਸਕਦੇ ਨੇ। ਪੜ੍ਹੇ ਲਿਖੇ ਵਿਦਵਾਨ ਸੱਜਣ ਅੱਜ ਸਾਡੇ ਨਾਲ ਗੱਲਬਾਤ ਵਿੱਚ ਸ਼ਾਮਲ ਨੇ। ਲਾਂਬਾ ਸਾਹਿਬ ਜੀ ਆਇਆਂ ਨੂੰ ਸਵਾਗਤ ਕਰਦੇ ਹਾਂ ਜੀ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਬਰਾੜ ਸਾਹਿਬ ਕਿ ਅੱਜ ਦੇ ਨਵੇਂ ਸਾਲ ਦੀ ਸ਼ੁਰੂਆਤ ਦੇ ਵਿੱਚ ਤੁਹਾਡੇ ਰਾਹੀਂ ਪੰਜਾਬ ਨਾਲ, ਵਤਨ ਨਾਲ ਜੁੜਨ ਲਈ, ਸਾਰੇ ਸਿੱਖ ਜਗਤ ਨਾਲ ਜੁੜਨ ਲਈ, ਔਰ ਖਾਸ ਕਰਕੇ ਅੱਜ ਦਾ ਦਿਨ ਵਧਾਈ ਤਾਂ ਇੱਕ ਰਸਮੀ ਹੈ, ਪਰ ਜਿਹੜੇ ਦਿੱਲੀ ਦੀ ਸਰਹੱਦ ਦੇ ਉੱਤੇ ਇਸ ਠੰਡ ਦੇ ਵਿੱਚ, ਉਹ ਚੀਰਵੀਂ ਠੰਡ ਦੇ ਵਿੱਚ ਜਿਹੜੇ ਬੈਠੇ ਜਦੋਜਹਿਦ ਕਰ ਰਹੇ ਹਨ, ਉਹਨਾਂ ਨੂੰ ਵੀ ਨਮਨ ਕਰਨ ਦਾ ਜੀ ਕਰਦਾ ਹੈ, ਜਿਨ੍ਹਾਂ ਨੇ ਉਹ ਸਾਰੇ ਇਹ ਸ਼ਹੀਦੀ ਸਾਕੇ, ਇਹ ਗੁਰਪੁਰਬ, ਇਹ ਦਿਨ ਜਿਹੜੇ ਹੈ ਉਹਨਾਂ ਨੇ ਉਹ ਸੜਕਾਂ ਦੇ ਉੱਤੇ ਉਹ ਉਸੇ ਤਰ੍ਹਾਂ ਬਿਤਾਏ ਜਿੱਦਾਂ ਤੁਸੀਂ ਜ਼ਿਕਰ ਕੀਤਾ ਸੀ ਕਿ ਘੋੜਿਆਂ ਦੀਆਂ ਕਾਠੀਆਂ ਤੇ ਵਿਸ਼ਰਾਮ ਕਰਦੇ ਸੀ। ਉਹ ਮਹੱਲਾਂ 'ਚ ਔਰ ਪਲੰਘਾਂ ਤੇ ਰਹਿਣ ਵਾਲੇ ਅੱਜ ਉਹ ਸੜਕਾਂ ਦੇ ਉੱਤੇ ਫਿਰ ਉਸੇ ਤਰੀਕੇ ਨਾਲ ਪੁਰਾਣੇ ਸਮੇਂ ਨੂੰ ਯਾਦ ਕਰਕੇ ਲੱਗਦਾ ਹੈ ਕਿ ਇਹ ਜਿਹੜਾ ਇਤਿਹਾਸ ਹੈ ਮੁੜ ਦੁਹਰਾਉਂਦਾ ਹੈ। ਇਸ ਤਰ੍ਹਾਂ ਜਾਪਦਾ ਜਿਵੇਂ 18ਵੀਂ ਸਦੀ ਦਾ ਇਤਿਹਾਸ ਮੁੜ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਫਿਰ ਉਹ ਅੰਗੜਾਈ ਲੈ ਰਿਹਾ। ਜੀ ਬਹੁਤ ਬਹੁਤ ਧੰਨਵਾਦ। ਉਹ ਇਤਿਹਾਸ ਹੁਣ ਸੜਕਾਂ 'ਤੇ ਦੁਹਰਾਇਆ ਜਾ ਰਿਹਾ ਅਤੇ ਵਿਰਸੇ 'ਚੋਂ ਹਮੇਸ਼ਾ ਸਾਨੂੰ ਊਰਜਾ ਸ਼ਕਤੀ ਮਿਲਦੀ ਰਹੀ ਹੈ ਔਰ ਸਾਨੂੰ ਮਾਣ ਹੈ ਕਿ ਸਾਡਾ ਵਿਰਸਾ ਬੜਾ ਗੌਰਵਸ਼ਾਲੀ ਹੈ। ਸਿੱਖ ਇਤਿਹਾਸ ਦੇ ਖੂਨੀ ਪੰਨੇ ਕਿਤਾਬਾਂ ਦੇ ਵਿੱਚ ਦਰਜ ਨੇ। ਸ਼ਹਾਦਤਾਂ ਦਾ ਸਾਨੂੰ ਬੜਾ ਚਾਅ ਚੜ੍ਹਿਆ ਰਹਿੰਦਾ ਔਰ ਕਦੇ ਵੀ ਕਾਇਰਤਾ ਨਹੀਂ ਦਿਖਾਈ। ਬੜੀਆਂ ਔਖੀਆਂ ਘੜੀਆਂ ਆਈਆਂ, ਦਰਬਾਰ ਸਾਹਿਬ ਸਰੋਵਰ ਦੇ ਵਿੱਚ ਅੰਮ੍ਰਿਤਸਰ ਟੁੱਬੀ ਲਾ ਕੇ ਫਿਰ ਉਹ ਨਵੇਂ ਨਰੋਏ ਹੋ ਜਾਂਦੇ ਰਹੇ। ਬਹੁਤ ਪ੍ਰਤੀਕੂਲ ਸਥਿਤੀਆਂ, ਬੜਾ ਔਖਾ ਵਕਤ ਇਸ ਕੌਮ ਨੇ ਦੇਖਿਆ ਅਤੇ ਹੁਣ ਇੱਕ ਵਾਰ ਫਿਰ ਸਾਨੂੰ ਪਤਾ ਲੱਗਾ ਉੱਥੇ ਨਗਰ ਕੀਰਤਨ ਕੱਢੇ ਗਏ ਨੇ, ਚੜ੍ਹਦੀ ਕਲਾ 'ਚ ਨੇ। ਉਹਨਾਂ ਨੇ ਇੱਕ ਨਵੀਂ ਉਮੰਗ, ਨਵੀਂ ਉਮੀਦ ਦੇ ਨਾਲ ਨਵੇਂ ਸਾਲ ਦਾ ਸਵਾਗਤ ਕੀਤਾ। ਆਪਾਂ ਅੱਜ ਉਹਨਾਂ ਨੂੰ ਯਾਦ ਕਰਦੇ ਹੋਏ, ਜਿੱਥੇ ਅੱਜ ਸਾਡੇ ਸਾਰੇ ਹੀ ਸੁਣ ਦੇਖਣ ਵਾਲਿਆਂ ਦੇ ਨਾਲ ਸਿੱਖੀ ਜੀਵਨ ਜਾਂਚ ਬਾਰੇ ਹੀ ਸਾਂਝ ਪਾਉਣੀ ਹੈ। ਇਸ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਜਾਣਨਾ ਚਾਹਾਂਗਾ, ਤੁਸੀਂ ਜਿਹੜੀ ਇਹ ਪੁਸਤਕ ਸਾਖੀ ਸਿੱਖ ਰਹਿਤ ਮਰਿਆਦਾ ਜੀ ਕੀ ਲਿਖੀ, ਇਸ ਨੂੰ ਲਿਖਣ ਦਾ ਖਿਆਲ ਤੁਹਾਡੇ ਮਨ 'ਚ ਕਿਵੇਂ ਆਇਆ ਜੀ? ਇਸ ਤਰ੍ਹਾਂ ਕਿ ਸਿੱਖ ਰਹਿਤ ਮਰਿਆਦਾ ਇਹ ਸਾਡੀ ਜੀਵਨ ਜਾਂਚ ਹੈ ਜੀ। ਬਿਨਾਂ ਰਹਿਤ ਦੇ ਕੋਈ ਸਿੱਖ ਜੀ ਨਹੀਂ ਸਕਦਾ। ਰਹਿਤ ਰਹਿ ਜਾਏ ਵਿਕਾਰਾ। ਤੇ ਸਤਿਗੁਰ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੀ ਕਿਹਾ ਹੈ
ਕਿ ਜੇਕਰ ਨਾ ਮਰਜ਼ਾਦ ਆਇਆ ਜਗ ਭੀਤਰ ਊਠ ਸਿਧਾਸੀ ਨਾਗਾ। ਇਹ ਮਰਿਆਦਾ ਅਗਰ ਨਹੀਂ ਹੈ, ਮਰਜ਼ਾਦ ਨਹੀਂ ਹੈ, ਜਿਹਨੂੰ ਮਿਰਜ਼ਾਦ ਜਾਂ ਮਰਿਆਦਾ ਕਿਹਾ ਜਾਂਦਾ ਹੈ, ਅਗਰ ਉਹ ਜੀਵਨ ਵਿੱਚ ਨਹੀਂ ਹੈ ਤਾਂ ਉਹ ਜੀਵਨ ਵਿਅਰਥ ਹੈ, ਉਹ ਬਿਲਕੁਲ ਬੇਕਾਰ ਹੈ। ਹੁਣ ਦੇਖਣ ਵਾਲੀ ਗੱਲ ਹੈ ਕਿ ਮਰਿਆਦਾ ਹੈ ਕੀ ਚੀਜ਼ ਹੈ, ਮਰਿਆਦਾ ਕਿਸ ਨੂੰ ਕਹਿੰਦੇ ਆ ਜੀ। ਬੜਾ ਦਿਲਚਸਪ ਹੋਏਗਾ ਜਦੋਂ ਇਸ ਸਾਰੀ ਗੱਲ ਨੂੰ ਅਗਰ ਵਿਚਾਰਾਂਗੇ ਕਿ ਉਹ ਪੁਸਤਕ ਦਾ ਖਿਆਲ ਕਿੱਥੋਂ ਆਇਆ, ਤਾਂ ਉਹ ਇਸੇ ਇੱਕ ਲਫ਼ਜ਼ ਤੋਂ ਆਇਆ ਸੀ ਕਿ ਸਿੱਖ ਰਹਿਤ ਮਰਿਆਦਾ। ਇਹ ਤਿੰਨ ਮੇਰਾ ਖਿਆਲ ਹੈ ਕਿ ਗੁਰਬਾਣੀ ਔਰ ਗੁਰੂ ਗ੍ਰੰਥ ਸਾਹਿਬ ਦੇ ਔਰ ਗੁਟਕਿਆਂ ਦੇ ਇਲਾਵਾ ਜਿਹੜੀ ਸਭ ਤੋਂ ਵੱਧ ਸੰਸਾਰ ਦੇ ਵਿੱਚ ਅਗਰ ਕੋਈ ਪੁਸਤਕ ਛਾਪੀ ਗਈ ਹੈ ਤਾਂ ਉਹ ਸਿੱਖ ਰਹਿਤ ਮਰਿਆਦਾ ਹੈ, ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਔਰ ਹੋਰ ਸੰਸਥਾਵਾਂ ਨੇ ਬਾਰ-ਬਾਰ ਮੁੜ-ਮੁੜ ਛਾਪੀ ਹੈ। ਉਸ ਨੂੰ ਬਾਰ-ਬਾਰ ਛਾਪਣ ਦੇ ਬਾਵਜੂਦ ਵੀ ਆਮ ਲੋਕਾਂ ਨੂੰ ਉਸ ਦੇ ਬਾਰੇ ਫਿਰ ਜਾਣਕਾਰੀ ਨਹੀਂ ਹੈ, ਜਾਂ ਉਹ ਸਮਝਣਾ ਨਹੀਂ ਚਾਹੁੰਦੇ, ਜਾਂ ਉਸ ਦੇ ਉੱਤੇ ਉਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ। ਉਹਦਾ ਕਾਰਨ ਇਹ ਸੀਗਾ ਕਿ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੀ ਛਪੀਆਂ ਹੋਈਆਂ ਸਿੱਖ ਰਹਿਤ ਮਰਿਆਦਾ ਦੀਆਂ ਕਾਪੀਆਂ ਦੇਖੀਆਂ ਤਾਂ ਉਹ ਵੱਖ-ਵੱਖ ਐਡੀਸ਼ਨਸ ਦੇ ਵਿੱਚ ਉਹਦੇ 'ਚ ਫਿਰ ਤਬਦੀਲੀ ਨਜ਼ਰ ਆਈ। ਉਹ ਕੁਝ ਤਾਂ ਗਲਤੀਆਂ ਛਾਪੇ ਦੀਆਂ ਸੀ, ਕੁਝ ਪ੍ਰਿੰਟਿੰਗ ਮਿਸਟੇਕ ਸੀਗੀਆਂ, ਕੁਝ ਕੰਪੋਜ਼ਿੰਗ ਦੀਆਂ ਸੀਗੀਆਂ, ਕੁਝ ਜਾਣੇ ਅਣਜਾਣੇ ਵਿੱਚ ਕੀਤੀਆਂ ਗਈਆਂ, ਕੁਝ ਤਬਦੀਲੀਆਂ ਸੀ, ਪਰ ਉਹਦੀ ਵਿਆਖਿਆ ਨਹੀਂ ਸੀ ਜੀ। ਤੋ ਇਸ ਕਰਕੇ ਇੱਕ ਜਿਹੜੀ ਚੀਜ਼ ਜਿਹੜੀ ਹਰ ਜਗ੍ਹਾ ਰੈਫਰ ਹੁੰਦੀ ਹੈ, ਸਿੱਖ ਰਹਿਤ ਮਰਿਆਦਾ ਨੂੰ ਨਾ ਕੇਵਲ ਸਾਰਾ ਪੰਥ ਜਿਹੜਾ ਇਸ ਦੇ ਤੇ ਗੱਲ ਕਰਦਾ ਹੈ, ਜਦੋਂ ਕੋਈ ਮਸਲਾ ਆਉਂਦਾ ਹੈ ਕਹਿੰਦੇ ਜੀ ਮਰਿਆਦਾ 'ਚ ਕੀ ਲਿਖਿਆ। ਹੁਣ ਇਸ ਦੇ ਇਲਾਵਾ ਇੱਕ ਵੱਡੀ ਗੱਲ ਇਹ ਸੀ ਕਿ ਨਾ ਕੇਵਲ ਹਿੰਦੁਸਤਾਨ ਦੀਆਂ, ਭਾਰਤ ਦੀਆਂ ਅਦਾਲਤਾਂ ਵਿੱਚ ਵੀ, ਹਾਈ ਕੋਰਟ ਵਿੱਚ, ਸੁਪਰੀਮ ਕੋਰਟ ਵਿੱਚ, ਵੱਖ-ਵੱਖ ਬਣੇ ਹੋਏ ਪਾਰਲੀਮੈਂਟ ਦੇ ਕਾਨੂੰਨਾਂ ਵਿੱਚ, ਦੂਜੇ ਤਖਤ ਸਾਹਿਬਾਨ ਦੀਆਂ ਸੰਵਿਧਾਨ ਦੇ ਵਿੱਚ ਵੀ, ਉਹਨਾਂ ਦੀ ਕਨਸਟੀਟਿਊਸ਼ਨ ਵਿੱਚ, ਬਲਕਿ ਵਿਦੇਸ਼ਾਂ ਵਿੱਚ, EU ਦੇ ਵਿੱਚ, ਜਾਂ ਜਿੱਥੇ ਵੀ ਕੋਈ ਕਕਾਰਾਂ ਬਾਰੇ ਜਾਂ ਹੋਰ ਕੋਈ ਵੀ ਕੇਸ ਆਂਦਾ ਹੈ ਉਹਦੇ ਵਿੱਚ ਰੈਫਰ ਕੀਤੀ ਜਾਂਦੀ ਸੀ ਸਿੱਖ ਰਹਿਤ ਮਰਿਆਦਾ ਜੀ। ਪਰ ਉਹਦੀ ਜਿਹੜੀ ਟਰਾਂਸਲੇਸ਼ਨ ਦਿੱਤੀ ਗਈ ਉਹਦੇ ਵਿੱਚ ਵੀ ਕਈ ਗਲਤੀਆਂ ਸੀ। ਸੋ ਇਸ ਕਰਕੇ ਹੋਇਆ ਕਿ ਇਹਨੂੰ ਅਧਿਐਨ ਕੀਤਾ ਜਾਏ, ਪਰ ਜਦੋਂ ਅਧਿਐਨ ਇਹਦਾ ਕਰਨ ਲੱਗੇ ਤਾਂ ਵਕਾਲਤ ਦੀ ਬੈਕਗ੍ਰਾਉਂਡ ਪਿਛੋਕੜ ਕਰਕੇ ਜਦੋਂ ਉਸ ਨਜ਼ਰੀਏ ਤੋਂ ਦੇਖਿਆ ਤਾਂ ਕਾਫੀ ਜ਼ਿਆਦਾ ਇਹਦੇ ਵਿੱਚ ਲੱਗਿਆ ਕਿ ਵਿਆਖਿਆ ਦੀ ਲੋੜ ਹੈ। ਤੋ ਉਸ ਨਜ਼ਰੀਏ ਤੋਂ ਸਭ ਤੋਂ ਪਹਿਲੀ ਗੱਲ ਜਿਹੜੀ ਇਹਦੇ ਵਿੱਚ ਕਮੀ ਨਜ਼ਰ ਆਈ, ਜਾਂ ਕਮੀ ਤਾਂ ਨਹੀਂ ਕਵਾਂਗੇ ਕਿਉਂਕਿ ਜਿਨ੍ਹਾਂ ਨੇ ਬਣਾਇਆ ਬਹੁਤ ਵਿਦਵਾਨ ਸੀ, ਬਹੁਤ ਜੀਵਨ ਵਾਲੇ ਸਨ, ਮਗਰ ਇੱਕ ਚੀਜ਼ ਸੀ, ਕਈ ਚੀਜ਼ਾਂ ਹੋਰ ਹੋਣੀਆਂ ਚਾਹੀਦੀਆਂ ਸੀ। ਜਿਵੇਂ ਕਿਸੇ ਵੀ ਕਾਨੂੰਨ ਦੀ ਕਿਤਾਬ ਦੇ ਵਿੱਚ ਇੱਕ ਸ਼ੁਰੂ ਦੇ ਵਿੱਚ ਇੱਕ ਤਤਕਰਾ ਹੁੰਦਾ ਹੈ ਜੀ, ਉਹਦਾ ਟੇਬਲ ਆਫ ਕੰਟੈਂਟਸ ਹੁੰਦਾ ਹੈ, ਅਖੀਰ ਦੇ ਵਿੱਚ ਇੰਡੈਕਸ ਹੁੰਦਾ ਹੈ, ਤਾਂ ਕਿ ਉਹ ਪਤਾ ਲੱਗ ਸਕੇ ਕਿਹੜੀ ਚੀਜ਼ ਕਿੱਥੇ ਹੈ, ਕਿਹੜਾ ਚੈਪਟਰ ਹੈ। ਮੈਂ ਇੱਕ ਗੱਲ ਕਹਿ ਸਕਦਾ, ਇਹ ਕਿਤਾਬਚਾ ਬਹੁਤ ਛੋਟਾ ਜਿਹਾ ਹੈ, ਬਹੁਤ ਛੋਟਾ ਜਿਹਾ, ਪਰ ਜਿਵੇਂ ਕਹਿੰਦੇ ਨਾ ਸੱਤ ਸਈਆਂ ਕੇ ਦੋਰੇ ਅਰ ਨਾਵਿਕ ਕੇ ਤੀਰ ਦੇਖਣ ਮੇ ਛੋਟਣ ਲਗੇ ਘਾਵ ਕਰੇ ਗੰਭੀਰ, ਪਰ ਇਹਦੀ ਜਿਹੜੀ ਬਣਤਰ, ਇਹਦੀ ਜਿਹੜੀ ਲਿਖਾਈ, ਇਹਦਾ ਜਿਹੜਾ ਕਲਾਸੀਫਿਕੇਸ਼ਨ ਕੀਤੀ ਗਈ, ਇਹਦਾ ਜਿਹੜਾ ਸੈਟਅਪ ਕੀਤਾ ਗਿਆ, ਮੈਂ ਹੈਰਾਨ ਰਹਿ ਗਿਆ। ਅੱਛੀਆਂ ਕਾਨੂੰਨ ਦੀਆਂ ਕਿਤਾਬਾਂ ਤੋਂ ਵੀ, ਕਾਨੂੰਨਦਾਨਾਂ ਤੋਂ ਵੀ ਜ਼ਿਆਦਾ ਚੰਗੀ ਇਹਦੀ ਇਬਾਰਤ ਹੈ। ਇਤਨੇ ਸੋਹਣੇ ਤਰੀਕੇ ਨਾਲ, ਜਿਵੇਂ ਕਾਨੂੰਨ ਦੀਆਂ ਕਿਤਾਬਾਂ ਦੇ ਵਿੱਚ ਪਹਿਲੇ ਉਹਦੀ ਭੂਮਿਕਾ ਹੁੰਦੀ ਹੈ, ਵਿਆਖਿਆ ਹੁੰਦੀ ਹੈ, ਪਰਿਭਾਸ਼ਾ ਹੁੰਦੀ ਹੈ, ਫਿਰ ਉਹਦੇ ਚੈਪਟਰ ਵੰਡੇ ਹੁੰਦੇ ਹਨ, ਫਿਰ ਇਹਨੂੰ ਨਿੱਜੀ ਜੀਵਨ, ਸ਼ਖਸੀ ਜੀਵਨ, ਪੰਥਕ ਜੀਵਨ, ਫਿਰ ਕੀ ਕਰਨਾ ਚਾਹੀਦਾ, ਕੀ ਨਹੀਂ ਕਰਨਾ ਚਾਹੀਦਾ, ਗੁਰੂ ਪੰਥ ਕੀ ਹੈ, ਇਹ ਅਗਰ ਕਿਸੇ ਕੋ ਗਲਤੀ ਹੋ ਜਾਏ ਉਹਨੂੰ ਕਿਸ ਤਰ੍ਹਾਂ ਠੀਕ ਕਰਨਾ, ਬਹੁਤ ਹੀ ਸੁੰਦਰ ਇਹਦੀ ਡਰਾਫਟਿੰਗ ਹੈ। ਪਰ ਉਹ ਜਿਹੜੀਆਂ ਕਮੀਆਂ ਮੈਂ ਬੇਨਤੀ ਕਰ ਰਿਹਾ, ਇੱਕ ਤਾਂ ਬਾਰ-ਬਾਰ ਛਾਪੇ ਦੇ ਵਿੱਚ ਗਲਤੀਆਂ, ਕੁਝ ਤਬਦੀਲੀਆਂ ਉਹਨਾਂ ਦਾ ਚਾਰਟ ਨਹੀਂ ਹੋਣਾ, ਕੁਝ ਗਲਤੀਆਂ, ਕੁਝ ਐਸੀਆਂ ਤਬਦੀਲੀਆਂ ਹੋਈਆਂ ਜਿਹਦੇ ਨਾਲ ਉਹਦੇ ਅਰਥ ਦੇ ਅਨਰਥ ਵੀ ਹੋ ਜਾਂਦੇ। ਸੋ ਇਸ ਸਾਰੇ ਚੀਜ਼ ਨੂੰ ਇੱਕ ਕਾਨੂੰਨੀ ਨੁਕਤਾ ਨਿਗਾਹ ਤੋਂ ਦੇਖਿਆ। ਔਰ ਸਭ ਤੋਂ ਵੱਡੀ ਗੱਲ ਜਿਹੜਾ ਮੇਨ ਸੀਗਾ ਉਹਦੇ ਵਿੱਚ ਮੁੱਖ ਇਹ ਸੀਗਾ ਕਿ ਹਾਲੇ ਤੱਕ ਜਿਵੇਂ ਸਾਡੇ ਬਹੁਤ ਸਾਰੇ ਬੰਦੇ, ਵਿਅਕਤੀ ਇਸ ਨੂੰ ਖਰੜਾ ਹੀ ਕਹੀ ਜਾਂਦੇ ਸੀ, ਇਹਨੂੰ ਖਰੜਾ ਕਹਿ ਰਹੇ ਸੀ। ਦਰਅਸਲ ਇਹ ਖਰੜਾ ਨਹੀਂ ਹੈ, ਇਹ ਖਰੜਾ ਉਨੀ ਦੇਰ ਸੀ ਜਿੰਨੀ ਦੇਰ ਇਹ ਪ੍ਰਵਾਨ ਨਹੀਂ ਹੋਇਆ। ਜਦੋਂ ਇਸ ਨੂੰ ਪ੍ਰਵਾਨ ਕਰ ਲਿਆ ਫਿਰ ਇਸ ਦੇ ਬਾਅਦ ਇਹ ਬਕਾਇਦਾ ਕਾਨੂੰਨ ਬਣ ਗਿਆ। ਸੋ ਇਹ ਹੁਣ ਖਰੜਾ ਨਹੀਂ ਸੀਗਾ, ਪਰ ਇਸ ਨੂੰ ਫਿਰ ਵੀ ਖਰੜਾ ਕਹੀ ਜਾਂਦੇ ਸੀਗੇ। ਸੋ ਇਹ ਸਾਰੇ ਨੁਕਤੇ ਸਨ ਜਿਨ੍ਹਾਂ ਕਰਕੇ ਲੋੜ ਪਈ
ਕਿ ਇਹਦੀ ਪੂਰੀ ਵਿਆਖਿਆ ਕੀਤੀ ਜਾਏ। ਪਰ ਜਦੋਂ ਵਿਆਖਿਆ ਕਰਨ ਲੱਗੇ ਤਾਂ ਓਰੀਜਨਲ ਤਾਂ 17 ਪੇਜ ਦੀ ਹੈ, ਪਰ ਜਦੋਂ ਇਹਦੀ ਵਿਆਖਿਆ ਔਰ ਸਾਰੇ ਹਵਾਲੇ ਔਰ ਸਾਰਾ ਕੁਝ ਕਰਦੇ ਆ, ਇਹ ਤਕਰੀਬਨ 500 ਸਫੇ ਦੀ ਇਹ ਕਿਤਾਬ ਜਿਹੜੀ ਹੈ ਇਹ ਤਿਆਰ ਹੋਈ ਹੈ ਜੀ। ਇਹ ਇਹਦਾ ਪਿਛੋਕੜ ਹੈ। ਸਫੇ ਦੀ ਕਿਤਾਬ ਤੁਸੀਂ ਬਹੁਤ ਸਾਰੇ ਸਰੋਤਾਂ ਨੂੰ ਹੰਗਾਲਿਆ ਹੋਵੇਗਾ ਜੀ, ਤੇ ਅਸਲ ਸਰੋਤਾਂ ਤੱਕ, ਮੁੱਢਲੇ ਸਰੋਤਾਂ ਤੱਕ ਤੁਹਾਡੀ ਰਸਾਈ ਹੋਈ ਹੋਏਗੀ। ਤੁਹਾਨੂੰ ਕਿੰਨੇ ਸਾਲ ਮਿਹਨਤ ਕਰਨੀ ਪਈ? ਕਦੋਂ ਤੋਂ ਤੁਸੀਂ ਇਸ ਖੋਜ ਭਰਪੂਰ ਕਾਰਜ ਚ ਲੱਗੇ? ਪੂਰਾ ਜੋੜ ਲਿਆ ਜਾਏ ਜੀ ਤੇ ਤਕਰੀਬਨ 20 ਸਾਲ ਦਾ ਸਮਾਂ, ਯਾਨੀ ਇਸ ਤੋਂ ਜਦੋਂ ਸ਼ੁਰੂ ਕੀਤਾ ਕੰਮ ਔਰ ਕਰਦਿਆਂ ਕਿਉਂਕਿ ਇਹਦੇ ਵਿੱਚ ਦਿੱਕਤ ਇਹ ਆ ਰਹੀ ਸੀ, ਇਹਦੇ ਵਿੱਚ ਬਹੁਤ ਸਾਰੇ ਮਤੇ ਸਨ, ਗੁਰਮਤੇ ਸਨ, ਜਿਨ੍ਹਾਂ ਦੇ ਹਵਾਲੇ ਮਿਲਦੇ ਸਨ। ਕਈ ਗੁਰਦੁਆਰਾ ਗਜ਼ਟ ਦੇ ਨੋਟੀਫਿਕੇਸ਼ਨ ਸਨ, ਕਈ ਹੋਰ ਸ਼੍ਰੋਮਣੀ ਕਮੇਟੀ ਦੇ ਮਤੇ ਸਨ, ਕਈ ਦੂਸਰੀਆਂ ਸੰਸਥਾਵਾਂ ਦੇ ਮਤੇ ਸਨ ਜਿਹੜੇ ਇਹਦੇ ਨਾਲ ਰਿਲੇਟਡ ਸਨ। ਉਹਨਾਂ ਸਾਰਿਆਂ ਨੂੰ ਇਕੱਤਰ ਕਰਨਾ 1936 ਵਿੱਚ ਜਦੋਂ ਪਹਿਲੀ ਵਾਰ ਛਪੀ ਹੈ, ਉਹਦੀ ਕਾਪੀ ਲੱਭਣੀ, ਉਹ ਲੱਭਣ ਵਿੱਚ ਕਾਫੀ ਦਿੱਕਤ ਆਈ ਔਰ ਇਹਦੇ ਵਿੱਚ ਕਾਫੀ ਸੱਜਣਾ ਦਾ ਸਹਿਯੋਗ ਮਿਲਿਆ, ਜਿਹਦੇ ਵਿੱਚ ਮਤਲਬ ਰੂਪ ਸਿੰਘ ਜੀ ਨੇ ਵੀ 1936 ਵਾਲੀ ਦਿੱਤੀ, ਸ਼੍ਰੋਮਣੀ ਕਮੇਟੀ ਦੇ ਉਹਨਾਂ ਕੋਲੋਂ ਵੀ ਪੁਰਾਣੇ ਗਜ਼ਟ ਦੀਆਂ ਕਾਪੀਆਂ ਮਿਲੀਆਂ ਔਰ ਅਸੀਂ ਕੋਸ਼ਿਸ਼ ਕੀਤੀ ਤਾਂ ਕਿ ਕੋਈ ਸ਼ੱਕ ਸ਼ੁਬਾ ਨਾ ਰਹੇ। 1936 ਵਾਲੀ ਜਿਹੜੀ ਰਹਿਤ ਮਰਿਆਦਾ ਸੀ, ਪਹਿਲੀ ਵਾਰੀ ਲਾਹੌਰ ਤੋਂ ਛਪੀ ਸੀ, ਉਹਦੀ ਫੋਟੋਸਟੈਟ ਫੈਸੀਮਿਲ ਵੀ ਉਹਦਾ ਇਹਦੇ ਵਿੱਚ ਸ਼ਾਮਿਲ ਕੀਤਾ। ਜਿਹੜੇ ਗਜ਼ਟ ਸਨ ਉਹ ਵੀ ਕਰ ਦਿੱਤੇ ਤਾਂ ਕਿ ਸਾਰੀ ਚੀਜ਼ ਇੱਕਦਮ ਅਥੈਂਟਿਕ ਤੌਰ ਦੇ ਉੱਤੇ, ਜਿਨ੍ਹਾਂ ਨੇ ਅੱਗੋਂ ਰਿਸਰਚ ਕਰਨੀ ਹੈ। ਦੂਸਰੀ ਗੱਲ, ਇਹ ਕਿਸਮ ਦਾ ਮੈਨੂਅਲ ਹੈ, ਜਿਵੇਂ ਮਹਾਨ ਕੋਸ਼ ਕਹਿ ਲੋ। ਹੁਣ ਮਹਾਨ ਕੋਸ਼ ਨੂੰ ਹਰ ਵੇਲੇ ਪੂਰੇ ਕਿਤਾਬ ਦੇ ਤੌਰ ਤੇ ਨਹੀਂ ਪੜ੍ਹਿਆ ਜਾਂਦਾ, ਪਰ ਕੋਈ ਪਤਾ ਨਹੀਂ ਕਿਸ ਵੇਲੇ ਕਿਹੜੀ ਚੀਜ਼ ਦੀ ਲੋੜ ਪੈ ਜਾਏ। ਹਵਾਲਾ ਪੁਸਤਕ ਰੈਫਰੈਂਸ ਚੈਪਟਰ ਵਾਈਜ਼ ਇੱਕ ਅੱਖਰ ਦੇ ਉੱਤੇ ਜਦੋਂ ਵਿਆਖਿਆ ਕੀਤੀ ਗਈ ਔਰ ਐਸੇ ਕਈ ਚੀਜ਼ਾਂ ਲਿਖੀਆਂ ਹੋਈਆਂ ਸੀ, ਜਿਹੜੇ ਰਹਿਤਨਾਮੇ ਸਨ ਕਿ ਲੋਹੇ ਦਾ ਕੜਾ ਪਾਣਾ। ਹੁਣ ਲੋਹੇ ਦਾ ਕਿਉਂ ਪਾਣਾ? ਲੋਹੇ ਸਰਬਲੋ ਦੇ ਬਾਟੇ ਨੂੰ ਮੂੰਹ ਲਾਣਾ, ਇਹ ਕਿਉਂ ਕਿਹਾ ਗੁਰੂ ਸਾਹਿਬ ਨੇ? ਮਤਲਬ ਇਦਾਂ ਦੇ ਕਈ ਛੋਟੇ ਨੁਕਤੇ ਸੀ। ਕਿਸੇ ਕੋਲੋਂ ਕੋਈ ਗਲਤੀ ਹੋ ਜਾਏ, ਉਹਨੇ ਕਿੱਦਾਂ ਉਸਨੂੰ ਤਨਖਾਹੀਆ ਕਿੱਦਾਂ ਹੋ ਜਾਂਦਾ ਹੈ, ਪਤਤ ਕਿੱਦਾਂ ਹੋ ਜਾਂਦਾ ਹੈ, ਨਿਤਨੇਮ ਕੀ ਹੈ, ਕਕਾਰ ਕੀ ਹੈ, ਰਹਿਤਾ ਕੀ ਹੈ, ਰਹਿਤਾ ਕੀ ਹੈ, ਸਿੱਖ ਨੇ ਜੀਵਨ ਜਾਂਚ ਕੀ ਕਰਨੀ ਹੈ, ਕੀ ਕਰਨਾ ਕੀ ਨਹੀਂ ਕਰਨਾ, ਇਹਨਾਂ ਸਾਰਿਆਂ ਬਾਰੇ ਫਿਰ ਹਵਾਲੇ ਲੱਭਣੇ ਔਰ ਅਥੈਂਟਿਕ ਹਵਾਲੇ ਔਰ ਗੁਰਮਤ ਅਨੁਸਾਰ ਲੱਭਣੇ, ਉਹਨਾਂ ਦੀ ਪੁਣਛਾਣ ਕਰਨੀ। ਮੇਰਾ ਖਿਆਲ ਹੈ ਕਿ ਮਿਹਨਤ ਜਿਹੜੀ ਹੈ ਸਕਾਰਤ ਹੀ ਸਮਝੀ ਜਾਏਗੀ। ਔਰ ਬਲਕਿ ਗੱਲ ਮੈਨੂੰ ਇੱਥੇ ਕਹਿਣ ਵਿੱਚ ਕੋਈ ਜਿਹੜੀ ਗੁਰੇਜ਼ ਵੀ ਨਹੀਂ ਹੈਗਾ, ਦਿਲ ਦੀ ਗੱਲ ਮੈਂ ਤੁਹਾਨੂੰ ਦੱਸ ਰਿਹਾ। ਜਦੋਂ ਇਸ ਨੂੰ ਕਰਦਿਆਂ ਬਹੁਤ ਸਮਾਂ ਲੱਗ ਗਿਆ ਤਾਂ ਉਸ ਵੇਲੇ ਦਿਲੋਂ ਇੱਕ ਅਰਦਾਸ ਹੁੰਦੀ ਸੀ ਕਿ ਵਾਹਿਗੁਰੂ ਕਿਰਪਾ ਕਰੋ, ਇਹ ਜਿਹੜਾ ਹੈ ਜੀਵਨ ਕਾਲ ਵਿੱਚ ਹੀ ਹਯਾਤੀ ਚ ਕਿਤਾਬ ਬਣ ਜਾਏ ਸਹੀ, ਐਸਾ ਨਾ ਹੋਏ ਕਿ ਇਸ ਤੋਂ ਪਹਿਲਾਂ ਹੀ ਕਿਧਰੇ ਫੂਕ ਨਿਕਲ ਜਾਏ। ਨਹੀਂ, ਉਮੀਦ ਨਾਲ ਜਹਾਨ ਟਿਕਿਆ ਹੋਇਆ ਜੀ, ਉਹ ਚੰਗਾ ਕਾਰਜ ਕਰਵਾਉਣਾ ਹੁੰਦਾ ਪਰਮਾਤਮਾ ਨੇ ਆਪ। ਤੇ ਇੱਕ ਆਪਾਂ ਜੇ ਇਤਿਹਾਸਕ ਪਰਫੇਕ ਤੋਂ ਦੇਖੀਏ ਜੀ, ਤੇ ਇਹ ਰਹਿਤਨਾਮਿਆਂ ਜਾਂ ਹੋਰ ਜਿਹੜੇ ਹੁਕਮਨਾਮੇ ਜਾਂ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਲਿਖੀਆਂ ਹੋਈਆਂ ਚਿੱਠੀਆਂ, ਕਿੱਥੇ ਆਪਾਂ ਪਿਛੋਕੜ 'ਚ ਕੀ ਦੇਖਦੇ ਹਾਂ ਕਿ ਕਿਸ ਰੂਪ ਦੇ ਵਿੱਚ ਜਿਹੜੇ ਇਹ ਸਿੱਖਾਂ ਨੂੰ ਇੱਕ ਇਸ ਉੱਚੇ ਸੁੱਚੇ ਮਾਰਗ ਬਾਰੇ ਉਹਨਾਂ ਨੂੰ ਡਾਇਰੈਕਸ਼ਨ ਦਿੱਤੀਆਂ ਜਾਂਦੀਆਂ ਰਹੀਆਂ, ਤੇ ਇਹਦਾ ਪਿਛੋਕੜ ਰਹਿਤ ਮਰਿਆਦਾ ਦਾ ਕਿੱਥੇ ਕੁ ਖੜਾ ਜੀ? ਇਹਦੀ ਲੋੜ ਕਿਵੇਂ ਪਈ? ਜੀ, ਬੇਨਤੀ ਹੈ ਕਿ ਜਦੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਗਤ ਜਲੰਦੇ ਦੀ ਰਾਖੀ ਲਈ ਜਦੋਂ ਇਸ ਸੰਸਾਰ ਦੇ ਉੱਤੇ ਆਏ ਹੈ, ਤੇ ਉਹਨਾਂ ਦਾ ਜੀਵਨ ਦਾ, ਉਹਨਾਂ ਦੀ ਹਯਾਤੀ ਦਾ ਹਰ ਕਦਮ, ਹਰ ਇੱਕ ਕਦਮ ਜਿਹੜਾ ਹੈ, ਹਰ ਇੱਕ ਅੱਖਰ ਜੋ ਹੈ, ਇੱਕ ਸ਼ਬਦ ਬੋਲਿਆ ਹੋਇਆ ਹੈ, ਉਹ ਹੁਕਮ ਹੈ। ਉਸ ਨੂੰ ਅਸੀਂ ਕਹਿੰਦੇ ਵੀ ਹੁਕਮ ਆ। ਅੱਜ ਵੀ ਜਦੋਂ ਅਸੀਂ ਵਾਕ ਲੈਂਦੇ ਆ, ਉਸ ਨੂੰ ਪੁਰਾਤਨ ਜਿਹੜੇ ਸਿੰਘ ਆਵਾਜ਼ ਕਹਿੰਦੇ ਸੀ ਕਿ ਆਵਾਜ਼ ਆਈ, ਆਵਾਜ਼ਾ ਦਿੱਤਾ। ਉਹ ਪੁਰਾਣੇ ਰਹਿਤਨਾਮਿਆਂ 'ਚ, ਪੁਰਾਤਨ ਰਹਿਤ ਮਰਿਆਦਾ ਵਿੱਚ ਵੀ ਆਵਾਜ਼ ਲਿਖਿਆ ਸੀ ਕਿ ਉਹ ਹੁਕਮਨਾਮਾ ਨਹੀਂ, ਆਵਾਜ਼ ਹੈ, ਗੁਰੂ ਦੀ ਆਵਾਜ਼ ਹੈਗੀ ਹੈ। ਸੋ ਉਹ ਇੱਕ ਅੱਖਰ, ਹੁਣ ਗੁਰੂ ਸਾਹਿਬ ਦੇ ਜਿੰਨੀ ਵੀ ਬਾਣੀ ਦੇਖ ਲਓ, ਗੁਰੂ ਸਾਹਿਬਾਨ ਦੀ ਸਾਰੀ ਦੀ ਸਾਰੀ ਇੱਕ ਆਵਾਜ਼ ਹੈ, ਇੱਕ ਹੁਕਮ ਹੈ। ਹੁਣ ਬੋਲੀਏ ਸੱਚ, ਧਰਮ ਝੂਠ ਨਾ ਬੋਲੀਏ, ਜੋ ਗੁਰ ਦੱਸੇ ਵਾਟ ਮੁਰੀਦਾ ਜੋਲੀਏ। ਕਿੰਨਾ ਵੱਡਾ ਰਹਿਤਨਾਮਾ ਹੈ। ਹੱਕ ਪਰਾਇਆ ਨਾਨਕਾ ਉਹ ਸੂਰ ਉਸ ਗਾਏ, ਸੱਚੇ ਉੱਪਰ ਸਭ ਕੋ ਉੱਪਰ ਸੱਚ। ਹੁਕਮਨਾਮਾ ਹੈ, ਆਦੇਸ਼ ਹੈ। ਪਰ ਗੱਲ ਇਹ ਆਉਂਦੀ ਹੈ ਕਿ ਜਦੋਂ ਅਸੀਂ ਉਸ ਨੂੰ ਮੰਨਣਾ ਨਾ ਹੋਏ, ਸਮਝਣਾ ਨਾ ਹੋਏ, ਉਸ ਨੂੰ ਅਸੀਂ ਲਾਗੂ ਨਾ ਕਰਨਾ ਹੋਏ, ਫਿਰ ਅਸੀਂ ਉਸਦੇ ਤੇ ਕੁਝਤਾਂ ਕਰਦੇ ਹਾਂ, ਅਸੀਂ ਕੋਈ ਬਹਾਨੇ ਲੱਭਦੇ ਹਾਂ, ਅਸੀਂ ਉਸ ਨੂੰ ਮਿਸ ਇੰਟਰਪ੍ਰੀਟੇਸ਼ਨ ਕਰਨ ਦੀ ਕੋਸ਼ਿਸ਼ ਕਰਦੇ ਹਾਂ।
ਉਹਦੇ ਗਲਤ ਅਰਥ ਕੱਢਣ ਦੀ ਕੋਸ਼ਿਸ਼ ਕਰਦੇ ਆ। ਸੋ ਗੁਰੂ ਸਾਹਿਬ ਜਿੱਥੇ ਵੀ ਗਏ ਹੈ, ਜੇਕਰ ਗੁਰੂ ਸਾਹਿਬ ਕਾਰੂ ਬਾਦਸ਼ਾਹ ਕੋਲ ਗਏ, ਜੇ ਮੈਂ ਕਈ ਵਾਰੀ ਚਿੱਤ ਕਰਦਾ ਜਿਵੇਂ ਅੱਜ ਦੇ ਹਾਲਾਤ ਹੈਗੇ ਆ, ਹੁਣ ਉਹ ਬਾਦਸ਼ਾਹ ਸੀ ਕਾਰੂ ਦਾ। ਜਨਮ ਸਾਖੀਆਂ ਦੇ ਵਿੱਚ ਲਿਖਿਆ ਹੈ ਕਿ ਉਸਨੇ ਸਾਰੇ ਲੋਕਾਂ ਕੋਲੋਂ ਜਿੰਨਾ ਪੈਸਾ ਸੀ ਸਾਰਾ ਖਿੱਚ ਲਿਆ, ਕਿਸੇ ਕੋਲ ਇੱਕ ਦਮੜਾ ਤੱਕ ਨਹੀਂ ਛੱਡਿਆ। ਉਹਨੇ ਇਤਨਾ ਲਾਲਚੀ ਬੰਦਾ ਸੀ। ਤੇ ਜਦੋਂ ਗੁਰੂ ਸਾਹਿਬ ਉਧਰ ਜਾਣ ਲੱਗੇ ਤੇ ਉਹ ਸਾਰਿਆਂ ਨੇ ਕਿਹਾ, ਭਾਈ ਤੁਸੀਂ ਬਾਬਾ ਉਧਰ ਕਿੱਧਰ ਚੱਲੇ ਆ, ਉਹ ਤੇ ਕੱਪੜੇ ਲਵਾ ਲੈਂਦਾ। ਪਰ ਹੁਣ ਗੁਰੂ ਸਾਹਿਬ ਦਾ ਮਕਸਦ ਵੀ ਇਹੀ ਸੀਗਾ, ਇਸ ਸੰਸਾਰ ਤੇ ਉਹ ਤੇ ਚੜਿਆ ਸੋਧਣ ਧਰਤ ਲੁਕਾਈ, ਉਹਦੇ ਧਰਤ ਲੁਕਾਈ ਨੂੰ ਸੋਧਣ ਲਈ ਆਏ ਸੀਗੇ। ਹੁਣ ਗੁਰੂ ਸਾਹਿਬ ਇੱਕ ਗੱਲ ਹੋਰ ਮੈਨੂੰ ਕਹਿੰਦੇ ਕਿ ਦੇਖੋ ਗੁਰੂ ਸਾਹਿਬ ਦੇ ਕੋਲ ਚਰਨ ਸਿੰਘ ਸ਼ਹੀਦ ਕਹਿੰਦਾ ਜਿੱਥੇ ਕੋਈ ਬਹੁਤਾ ਭੈੜਾ ਸੀ ਉਹਦੇ ਕੋਲ ਗੁਰੂ ਸਾਹਿਬ ਚੱਲ ਕੇ ਗਏ। ਜਿਹੜਾ ਕੋਈ ਚੋਰ ਸੀ, ਜਿਹੜਾ ਕੋਈ ਠੱਗ ਸੀ, ਜਿਹੜਾ ਕੋਈ ਲੁਟੇਰਾ ਸੀ, ਗੁਰੂ ਸਾਹਿਬ ਉਹਦੇ ਕੋਲ ਗਏ। ਉਹ ਕੋਈ ਗੁਰੂ ਸਾਹਿਬ ਕੋਲ ਨਹੀਂ ਆਇਆ ਕਿ ਮੈਨੂੰ ਤਾਰੋ। ਇਹਦਾ ਮਤਲਬ ਉਹ ਕਹਿੰਦੇ ਆ, ਚਰਨ ਸਿੰਘ ਸ਼ਹੀਦ ਕਹਿੰਦੇ ਇਹਦਾ ਮਤਲਬ ਇਹ ਹੈ ਕਿ ਮੈਨੂੰ ਇੱਕੋ ਗੱਲ ਸਮਝ ਆਈ ਕਿ ਤਰਨ ਵਾਲਿਆਂ ਨਾਲੋਂ ਕਾਲਾ ਖੁਦ ਹੈ ਤਾਰਨ ਵਾਲਾ। ਤਦੇ ਵਾਸਤਾ ਆਪਾਂ ਬੈਠੇ ਆਪੇ ਆਓ, ਸੁਥਰੇ ਆਓ, ਨਿਸ਼ਚੇ ਮੁਕਤ ਕਰਾਓ, ਨਾਨਕ ਸ਼ਾਹ ਹਰਦਮ ਧਰਮ ਦਾ ਬੇੜਾ ਬੰਨੇ ਲਾਓ। ਸੋ ਖੈਰ ਗੁਰੂ ਨਾਨਕ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਕਾਰੂ ਬਾਦਸ਼ਾਹ ਕੋ ਜਿਸ ਵੇਲੇ ਗਏ ਹੈ, ਕਾਰੂ ਬਾਦਸ਼ਾਹ ਕੋ ਮਸ਼ਹੂਰ ਸੀਗਾ, ਉਹਨੇ ਸਾਰਿਆਂ ਦੇ ਪੈਸੇ ਖਿੱਚ ਲਏ। ਸਾਰਿਆਂ ਦੇ ਪੈਸੇ ਜਿਸ ਵੇਲੇ ਖਿੱਚ ਲਏ ਤੇ ਇੱਕ ਲੜਕਾ ਜੋ ਕਹਾਣੀ ਹੈ, ਜੋ ਸਾਖੀ ਹੈ, ਉਹ ਮਾਂ ਦੇ ਖਹਿੜੇ ਪੈ ਗਿਆ ਕਿ ਮੈਨੂੰ 1 ਦਿਨਾਰ ਚਾਹੀਦਾ। ਉਹ ਕਹਿੰਦੀ ਤੇਰੇ ਹੈ ਹੀ ਨਹੀਂ, ਕਿੱਥੋਂ ਦਿਆਂ, ਸਾਰਾ ਕੁਝ ਤੇ ਲੈ ਗਿਆ ਬਾਦਸ਼ਾਹ, ਇੰਨਾ ਜ਼ਾਲਮ ਬਾਦਸ਼ਾਹ ਹੈਗਾ। ਤਾਂ ਉਹ ਕਹਿਣ ਲੱਗਾ ਜਿੱਥੋਂ ਮਰਜ਼ੀ ਦੇ, ਮੈਂ ਮਰ ਜਾਣਾ। ਉਹ ਮਾਂ ਨੂੰ ਯਾਦ ਆਇਆ, ਕਹਿੰਦੀ ਤੇਰਾ ਬਾਪ ਮਰਿਆ ਸੀ, ਮੈਂ ਉਹਦੇ ਮੂੰਹ 'ਚ ਇੱਕ ਚਾਂਦੀ ਦਾ ਸਿੱਕਾ ਪਾਇਆ ਸੀ। ਉਹ ਗਿਆ, ਉਹਨੇ ਬਾਪ ਦੀ ਕਬਰ ਪੁੱਟੀ ਤੇ ਜਾ ਕੇ ਉਹਦੇ 'ਚੋਂ ਸਿੱਕਾ ਕੱਢ ਲਿਆਂਦਾ, ਜਾ ਕਾਰੂ ਬਾਦਸ਼ਾਹ ਨੂੰ ਫੜਾਇਆ। ਤੇ ਉਹ ਕਹਿੰਦਾ ਬਾਕੀ ਗੱਲਾਂ ਬਾਅਦ ਵਿੱਚ ਦੱਸੇ, ਤੂੰ ਲਿਆਂਦਾ ਕਿੱਥੋਂ ਹੈ। ਉਹਨੇ ਜਦੋਂ ਦੱਸਿਆ, ਉਹ ਕਹਿੰਦੇ ਕਿ ਉਹਨੇ ਕਾਰੂ ਨੇ ਸਾਰੇ ਜਿਹੜੇ ਮੁਲਕ ਦੀਆਂ ਕਬਰਾਂ ਪਟਵਾ ਦਿੱਤੀਆਂ ਸੀ। ਇਤਨਾ ਲਾਲਚੀ ਬੰਦਾ ਸੀ। ਔਰ ਉਹਦੇ ਕਹਿੰਦੇ ਕਿ ਜਿਹੜੇ ਹਰ ਸਾਲ ਵਿੱਚ ਇੱਕ ਵਾਰ ਉਹ ਆਪਣੇ ਖਜ਼ਾਨਿਆਂ ਦੀਆਂ ਚਾਬੀਆਂ ਜਿਹੜੀਆਂ ਉਹ ਊਂਠਾਂ ਦੇ ਉੱਤੇ ਲੱਦ ਕੇ ਤੇ ਆਪਣਾ ਜਲੂਸ ਕੱਢਦਾ ਹੁੰਦਾ ਸੀ। 72 ਉਹਦੇ ਕੋਲ ਊਂਠਾਂ ਦੇ ਉੱਤੇ ਉਹਦੇ ਖਜ਼ਾਨੇ ਦੀਆਂ ਚਾਬੀਆਂ ਜਾਂਦੀਆਂ, ਜੋ ਕਹਾਣੀ ਹੈ। ਹੁਣ ਗੁਰੂ ਨਾਨਕ ਦੇਵ ਜੀ ਉੱਥੇ ਪਹੁੰਚ ਗਏ ਹੈ, ਔਰ ਜਦੋਂ ਪਹੁੰਚੇ ਹੈ ਤੇ ਉੱਥੇ ਉਹਨਾਂ ਨੇ ਇੱਟਾਂ ਰੋੜੇ ਇਕੱਠੇ ਕਰਨੇ ਸ਼ੁਰੂ ਕਰਤੇ। ਉਹਨਾਂ ਦੇ ਹੱਥ ਪੈਰਾਂ ਛਾਲੇ ਪੈ ਗਏ, ਖੂਨ ਵਗਣ ਲੱਗ ਪਿਆ, ਲੋਕ ਕੁਝ ਹੱਸਣ ਲੱਗ ਪਏ, ਕੁਝ ਜਿਹੜੇ ਸੀ ਤਰਸ ਕਰਨ ਲੱਗ ਪਏ। ਸ਼ਾਮ ਨੂੰ ਜਦੋਂ ਬਾਦਸ਼ਾਹ ਆਇਆ, ਦੇਖਿਆ, ਤਰਸ ਵੀ ਆਇਆ, ਚਿਹਰਾ ਦਾ ਜਲਾਲ ਵੀ ਦੇਖਿਆ, ਨੂਰਾਨੀ ਚਿਹਰਾ ਸੀ। ਕਹਿੰਦਾ ਬਾਬਾ ਕੀ ਕਰ ਰਹੇ ਆ? ਹਜ਼ੂਰ ਨੇ ਕਿਹਾ ਕਿ ਮੈਂ ਆਪਣਾ ਮਕਾਨ ਬਣਾ ਰਿਹਾ, ਉਹਦੇ ਲਈ ਮੈਂ ਰੋੜੇ ਇੱਟਾਂ ਇਕੱਠੇ ਕਰ ਰਿਹਾ। ਕਹਿੰਦਾ ਬਾਬਾ ਮੈਂ ਜ਼ਮੀਨ ਤੇ ਤੈਨੂੰ ਦਿੱਤੀ ਕੋਈ ਨਹੀਂ, ਤੂੰ ਮਕਾਨ ਕਿੱਥੇ ਬਣਾਉਣਾ? ਗੁਰੂ ਸਾਹਿਬ ਕਹਿੰਦੇ ਕਿ ਮੈਂ ਤੇਰੇ ਰਾਜ ਵਿੱਚ ਨਹੀਂ ਬਣਾਉਣਾ, ਮੈਂ ਤੇ ਅਗਲੇ ਜਹਾਨ ਵਿੱਚ ਜਾ ਕੇ ਬਣਾਉਣਾ। ਉਹ ਕਹਿੰਦਾ ਬਾਬਾ ਤੇਰਾ ਸਮਾਨ ਉੱਤੇ ਪਹੁੰਚ ਜਾਏਗਾ। ਬਸ ਇਹ ਗੱਲ ਸੀ, ਅਰੂਜ਼ ਤੇ ਲਿਆ ਕੇ ਕਲਾਈਮੇਕਸ ਤੇ ਲਿਆਣਾ ਸੀ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਬਾਦਸ਼ਾਹ ਜੇ ਤੇਰੇ ਵੀ ਤੇ ਹਜ਼ਾਰਾਂ ਊਂਠ ਪਹੁੰਚਣਗੇ, ਇੱਕ ਊਂਠ ਮੈਨੂੰ ਦੇ ਦੇ, ਮੇਰੇ ਗਰੀਬ ਦਾ ਸਮਾਨ ਵੀ ਪਹੁੰਚ ਜਾਏਗਾ, ਮੈਂ ਵੀ ਆਪਣਾ ਮਕਾਨ ਬਣਾ ਲਾਂਗਾ। ਇਸੇ ਤਰ੍ਹਾਂ ਦੀ ਘਟਨਾ ਗੰਗਾ ਇਸ਼ਨਾਨ ਵੇਲੇ ਜਿਹੜੀ ਅਗਲੀ ਲਾਈਨ ਹੈ ਜੀ, ਬੜੀ ਕਮਾਲ ਦੀ ਹੈ। ਉਹ ਕਹਿਣ ਲੱਗਾ ਬਾਬਾ ਤੇਰੀ ਗੱਲ ਮੈਨੂੰ ਸਮਝ ਆ ਗਈ, ਤੇਰੀ ਗੱਲ ਮੈਨੂੰ ਸਮਝ ਆ ਗਈ ਹੈ, ਪਰ ਮਨ ਮੋਮ ਨਹੀਂ ਹੋਇਆ। ਹੁਣ ਤੂੰ ਕਿਰਪਾ ਕਰ ਮਨ ਮੋਮ ਹੋ ਜਾਏ। ਬਸ ਇੰਨੀ ਗੱਲ ਹੈ, ਸਾਡੇ ਅੰਦਰ ਜਦੋਂ ਸਮਝ ਆ ਜਾਂਦੀ ਹੈ ਪਰ ਮਨ ਮੋਮ ਨਹੀਂ ਹੁੰਦਾ, ਅਰਦਾਸ ਕਰੀਏ ਮਨ ਮੋਮ ਹੋ ਜਾਏ। ਉਸਨੇ ਫਿਰ ਪੁੱਛਿਆ ਬਾਬਾ ਮੈਨੂੰ ਹੁਣ ਦੱਸ ਮੈਂ ਕਰਾਂ ਕੀ? ਹਜ਼ੂਰ ਨੇ ਕਿਹਾ ਖਜ਼ਾਨੇ ਖੋਲ ਦੇ। ਕਹਿੰਦਾ ਕੀ ਕਰਾਂ? ਕਹਿੰਦਾ ਲੰਗਰ ਲਗਾ ਦੇ। ਬਸ ਤੁਹਾਡੇ ਸਾਹਮਣੇ ਅੱਜ ਪ੍ਰਤੱਖ ਹੈ ਉਹ ਜਿਹੜੇ ਲੰਗਰ ਲੱਗੇ ਹੈ। ਕਦੀ ਕਿਸੇ ਨੇ ਸੋਚਿਆ, ਕਦੀ ਕਿਸੇ ਨੇ ਖਾਬੋ ਖਿਆਲ ਚ ਕਦੀ ਸੋਚਿਆ? ਇਸੇ ਕਰਕੇ ਦੇਖੋ ਦਾਨ ਦੇਣਾ ਕਈ ਧਰਮਾਂ ਚ, ਜ਼ਕਾਤ ਦੇਣੀ ਇਸਲਾਮ ਵਿੱਚ ਵੀ ਹੈ, ਤੁਸੀਂ ਜ਼ਕਾਤ ਦਿਓ, ਦਾਨ ਦਿਓ, ਪਰ ਨਹੀਂ ਸਿੱਖ ਰਹਿਤ ਮਰਿਆਦਾ ਚ ਇੱਕ ਲਫ਼ਜ਼ ਹੈ ਵੰਡ ਛਕਣਾ। ਲਫ਼ਜ਼ ਬਹੁਤ ਇੰਪੋਰਟੈਂਟ ਹੈ, ਬਹੁਤ ਮਹੱਤਵਪੂਰਨ ਹੈ। ਵੰਡ ਕੇ ਛਕਣਾ ਨਹੀਂ ਹੈ। ਵੰਡ ਕੇ ਛਕਣਾ ਹੋ ਗਿਆ ਕਿਸੇ ਨੂੰ ਦੇ ਕੇ ਫਿਰ ਆਪ ਖਾਓ, ਨਹੀਂ। ਵੰਡ ਛਕਣਾ, ਵੰਡ ਛਕਣ ਦਾ ਮਤਲਬ ਹੁੰਦਾ ਉਹਦੇ ਨਾਲ ਦਸਤਰਖਾਨ ਵਿੱਚ, ਉਹਦੇ ਨਾਲ ਪੰਗਤ ਵਿੱਚ ਬੈਠ ਕੇ ਤੁਸੀਂ ਛਕੋ। ਇਹ ਜਿਹੜੀ ਮਹਾਨ ਬਖਸ਼ਿਸ਼, ਇਹ ਰਹਿਤਨਾਮਾ ਹੈ ਜਿਹਦੀ ਸ਼ੁਰੂਆਤ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕੀਤੀ। ਉਹਦੇ ਬਾਅਦ ਗੁਰੂ ਸਾਹਿਬਾਨ ਨੇ, ਫਿਰ ਉਹਦੇ ਬਾਅਦ ਜਿਹੜੀਆਂ ਉਹਦੇ ਬੜੀਆਂ ਰਮਜ਼ਾਂ ਹੈ। ਦੇਖੋ ਜਦੋਂ ਗੁਰੂ ਸਾਹਿਬ ਕਿਸੇ ਨੂੰ ਗੁਰਿਆਈ ਦਿੰਦੇ ਸੀ ਤਾਂ ਪੁਰਾਤਨ ਸਾਰੇ ਜਿੰਨੇ ਹੁਕਮਨਾਮੇ ਹੈ, ਸਾਰੇ ਰੈਫਰੈਂਸਸ ਹੈ, ਉਹਨਾਂ 'ਚ ਲਿਖਿਆ ਕਿ ਤਿੰਨ ਪ੍ਰਕਰਮਾ ਕਰਦੇ ਸੀ। 3 ਪ੍ਰਕਰਮਾ
ਅੱਛਾ। ਮਗਰ ਜਦੋਂ ਗੁਰੂ ਰਾਮਦਾਸ ਜੀ ਨੇ ਲਾਵਾਂ ਦਿੱਤੀਆਂ ਵਿਆਹ ਲਈ, ਉਹਦੇ 4 ਪਰਿਕਰਮਾ ਕੀਤੀਆਂ ਗੁਰੂ ਗ੍ਰੰਥ ਸਾਹਿਬ ਦੀਆਂ। ਜੀ ਸੋ ਇਹ ਛੋਟੇ ਛੋਟੇ ਨੁਕਤੇ ਜਿਹੜੇ ਹੈ ਬਹੁਤ ਮਹੱਤਵਪੂਰਨ ਸੀ। ਬਿਲਕੁਲ ਜੀ। ਇਹਨਾਂ ਨੂੰ ਸਮਝਣ ਲਈ ਜ਼ਰੂਰ। ਇਹ ਜਿਹੜੀ ਕਿਤਾਬ ਹੈ ਇਹ ਉਹਦੇ ਵਿੱਚ ਕੰਮ ਆਏਗੀ। ਜੀ। ਉਹਦੇ ਵਿੱਚ ਇਹਨਾਂ ਰੈਫਰੈਂਸਸ ਜਿਹੜੇ ਆ ਤੁਹਾਨੂੰ ਮਿਲਣਗੇ ਜੀ। ਬਿਲਕੁਲ ਜੀ। ਔਰ ਇਹ ਆਪਾਂ ਸਾਰੀ ਗੱਲਬਾਤ 'ਚ ਅੱਗੇ ਪੁਸਤਕ ਦੇ ਹਵਾਲੇ ਨਾਲ ਜਿਹੜੀਆਂ ਦੇਖਣ ਨੂੰ ਸਮਝਣ ਨੂੰ ਬੇਸ਼ੱਕ ਗੱਲਾਂ ਛੋਟੀਆਂ-ਛੋਟੀਆਂ ਜਾਪਦੀਆਂ ਨੇ, ਪ੍ਰਤੀਤ ਹੁੰਦੀਆਂ ਨੇ, ਇਹ ਸਾਰੀਆਂ ਸਮਝਣੀਆਂ ਜ਼ਰੂਰੀ ਨੇ, ਕਿਉਂਕਿ ਇਹਨਾਂ ਦੀ ਲੋੜ ਬੜੀ ਆ ਜੀ। ਅੱਜ ਦੇ ਜ਼ਮਾਨੇ ਦੇ ਵਿੱਚ ਵੀ ਅਸੀਂ ਭੁਲੇਖਿਆਂ 'ਚ, ਪਖੰਡਾਂ 'ਚ ਫਸੇ ਫਿਰਦੇ ਹਾਂ। ਜਾਣੇ ਅਣਜਾਣੇ ਸਾਡੇ ਤੋਂ ਕਈ ਭੁੱਲਾਂ ਜਾਂ ਗਲਤੀਆਂ ਹੁੰਦੀਆਂ ਨੇ। ਕਿਤੇ ਕੋਈ ਆਏ ਦਿਨ ਮਸਲਾ ਖੜਾ ਹੋ ਜਾਂਦਾ। ਅਕਾਲ ਤਖਤ ਸਾਹਿਬ ਜੀ ਦੀ ਸਰਵ ਉੱਚਤਾ ਦੇ ਸਾਹਮਣੇ ਸਵਾਲ ਖੜੇ ਹੁੰਦੇ ਨੇ। ਸਾਨੂੰ ਇਹ ਗੱਲਾਂ ਸਮਝਣੀਆਂ ਪੈਣਗੀਆਂ। ਇਸੇ ਲਈ ਅਸੀਂ ਅੱਜ ਇਸ ਵਿਸ਼ੇ ਦੀ ਅਹਿਮੀਅਤ ਨੂੰ ਸਮਝਦੇ ਹਾਂ। ਸਾਲ ਦੇ ਪਹਿਲੇ ਦਿਨ ਹੀ ਇਸ ਵਿਸ਼ੇ 'ਤੇ ਗੱਲਬਾਤ ਕਰਨੀ ਜ਼ਰੂਰੀ ਸਮਝੀ ਹੈ। ਇਹ ਗੱਲਬਾਤ ਆਪਾਂ ਜਾਰੀ ਰੱਖਾਂਗੇ ਜੀ। ਆਪਾਂ ਇੱਕ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਆ ਕੇ ਗੱਲਬਾਤ ਨੂੰ ਅੱਗੇ ਵਧਾਉਂਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ। ਮੈਂ ਗੁਰਬਾਜ ਸਿੰਘ ਬਰਾੜ, ਸਾਂਝਾ ਟੀਵੀ ਤੁਸੀਂ ਦੇਖ ਰਹੇ ਹੋ। ਸੱਚੇ ਉੱਪਰ ਸਭ ਕੋ ਉੱਪਰ ਸੱਚ ਆਚਾਰ, ਉੱਚੇ ਤੇ ਸੁੱਚੇ ਆਚਰਨ ਨੂੰ ਸੱਚ ਤੋਂ ਵੀ ਉੱਚਾ ਦਰਜਾ ਦਿੱਤਾ ਗਿਆ। ਇਹ ਆਚਰਨ ਮਨੁੱਖ ਦਾ ਜਿਹੜਾ ਵਿਹਾਰ ਹੈ, ਕਿਰਦਾਰ ਹੈ, ਉਹ ਕਿਹੋ ਜਿਹਾ ਹੋਵੇ। ਸਾਡੇ ਸਿੱਖ ਰਹਿਤਨਾਮਿਆਂ ਦੇ ਵਿੱਚ, ਸਿੱਖੀ ਕੋਡ ਆਫ ਕੰਡਕਟ ਦੇ ਵਿੱਚ ਸਭ ਕੁਛ ਮਿਲਦਾ ਹੈ। ਕੀ ਰਹਿਤਾਂ ਨੇ ਮਨੁੱਖ ਦੀ ਜ਼ਿੰਦਗੀ ਦੇ ਵਿੱਚ, ਜਿਹੜੀ ਉੱਚੀ ਸੁੱਚੀ ਜੀਵਨ ਜਾਚ ਉਸਨੇ ਅਪਣਾਉਣੀ ਹੈ। ਗੁਰਬਾਣੀ ਦੇ ਵਿੱਚੋਂ ਸਾਨੂੰ ਇਸ ਦੀ ਸੇਧ ਮਿਲਦੀ ਹੈ। ਅੱਜ ਇਸ ਵਿਸ਼ੇ 'ਤੇ ਗੱਲਬਾਤ ਕਰਨ ਲਈ ਸਾਡੇ ਨਾਲ ਉੱਘੇ ਸਿੱਖ ਵਿਦਵਾਨ ਸਰਦਾਰ ਗੁਰਚਰਨਜੀਤ ਸਿੰਘ ਲਾਂਬਾ ਸ਼ਾਮਲ ਹੋ ਰਹੇ ਨੇ। ਉਹਨਾਂ ਤੋਂ ਆਪਾਂ ਛੋਟੇ-ਛੋਟੇ ਸਵਾਲਾਂ ਦੇ ਰੂਪ ਦੇ ਵਿੱਚ ਇਹ ਸਾਰੀਆਂ ਗੱਲਾਂ ਜਾਣਨੀਆਂ ਨੇ। ਲਾਂਬਾ ਸਾਹਿਬ, ਇੱਕ ਵਾਰ ਫਿਰ ਸਵਾਗਤ ਹੈ ਜੀ ਤੁਹਾਡਾ। ਬਹੁਤ-ਬਹੁਤ ਧੰਨਵਾਦ ਜੀ। ਮੈਂ ਸਭ ਤੋਂ ਪਹਿਲਾਂ ਜੀ ਆਪਾਂ ਦਿਨ ਦੀ ਸ਼ੁਰੂਆਤ ਦੇ ਬਾਰੇ ਦੱਸੀਏ ਕਿ ਇੱਕ ਸਿੱਖ ਨੇ ਆਪਣੇ ਸਵੇਰ ਦੇ ਦਿਨ ਦੀ ਸ਼ੁਰੂਆਤ ਕਿਵੇਂ ਕਰਨੀ ਹੈ। ਇਹਦੇ ਬਾਰੇ ਸਿੱਖ ਰਹਿਤ ਮਰਿਆਦਾ ਦੇ ਵਿੱਚ ਕੀ ਲਿਖਿਆ ਹੋਇਆ ਜੀ? ਬਿਲਕੁਲ, ਬਹੁਤ ਸੋਹਣਾ ਤੁਹਾਡਾ ਸਵਾਲ ਹੈ ਔਰ ਚੰਗਾ ਹੈ। ਤੁਹਾਨੂੰ ਬਹੁਤ ਹੀ ਸੰਖੇਪ ਦੇ ਵਿੱਚ ਜ਼ਰੂਰ ਦੱਸਣ ਦੀ ਕੋਸ਼ਿਸ਼ ਕਰਾਂਗਾ ਜੀ। ਇਸ ਤੋਂ ਪਹਿਲੇ ਇੱਕ ਲਫ਼ਜ਼ ਜਿਹੜਾ ਸਿੱਖ ਰਹਿਤ ਮਰਿਆਦਾ, ਮਰਿਆਦਾ ਲਫ਼ਜ਼ ਜਿਹੜਾ ਹੈਗਾ ਜੀ, ਇਹ ਸੰਸਕ੍ਰਿਤ ਦਾ, ਇਹਦਾ ਧਾਤੂ ਸੰਸਕ੍ਰਿਤ ਤੋਂ ਆਇਆ। ਇਹ ਮਰਿਆ ਤੋਂ ਬਣਿਆ। ਮਰਿਆ ਦਾ ਅਰਥ ਹੁੰਦਾ ਹੈ ਨਦੀ ਦੇ 2 ਕਿਨਾਰੇ। ਜਦੋਂ ਤਾਂ ਪਾਣੀ, ਨਦੀ ਦਾ ਪਾਣੀ ਨਦੀ ਦੇ ਕਿਨਾਰਿਆਂ ਦੇ ਅੰਦਰ ਵਗ ਰਿਹਾ ਹੈ, ਇਹਦਾ ਮਤਲਬ ਮਰਿਆਦਾ ਦੇ ਵਿੱਚ ਹੈ, ਉਹ ਲਾਹੇਵੰਦ ਹੈ, ਉਹਦਾ ਫਾਇਦਾ ਹੈ, ਉਹ ਹਰ ਜਗ੍ਹਾ ਕੰਮ ਆਏਗਾ। ਪਰ ਜਦੋਂ ਉਹ ਆਪਣੇ ਕਿਨਾਰੇ ਤੋੜ ਦਿੰਦਾ ਹੈ, ਇਹਦਾ ਮਤਲਬ ਉਹ ਮਰਿਆਦਾ ਤੋਂ ਬਾਹਰ ਚਲਾ ਗਿਆ, ਉਹ ਹੜ੍ਹ ਹੈ, ਫਲੱਡ ਹੈ, ਤਬਾਹੀ ਹੈ, ਬਰਬਾਦੀ ਹੈ। ਇਸੇ ਕਰਕੇ ਸਿੱਖ ਦੀ ਰਹਿਤ ਜਿਹੜੀ ਰਹਿਣੀ ਜਿਹੜੀ ਹੈ, ਅਗਰ ਉਹ ਮਰਿਆਦਾ ਦੇ ਅੰਦਰ ਹੈ, ਮਗਰ ਮਰਿਆਦਾ ਰਹਿਤ ਦੀ ਤੇ ਰਹਿਤ ਸਿੱਖ ਰਹਿਤ ਦੀ। ਇਸ ਕਰਕੇ ਵੈਸੇ ਤਾਂ ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮਚੰਦਰ ਜੀ ਨੂੰ ਵੀ ਕਹਿੰਦੇ ਆ, ਹੋਰਾਂ ਦੀ ਵੀ ਆਪਣੀ ਮਰਿਆਦਾ ਹੈ, ਪਰ ਨਹੀਂ, ਸਾਡੇ ਲਈ ਮਰਿਆਦਾ ਸਿੱਖ ਰਹਿਤ ਮਰਿਆਦਾ ਜਿਹੜੀ ਨਿਆਰੇਪਨ ਦੀ ਸੂਚਕ ਹੈ। ਸੋ ਉਹਦੇ ਵਿੱਚੋਂ ਜਿਹੜੀ ਸ਼ੁਰੂਆਤ ਤੁਸੀਂ ਕਹਿੰਦੇ ਹੋ, ਇਹ ਆਰੰਭਤਾ ਦੇ ਵਿੱਚ ਸਭ ਤੋਂ ਪਹਿਲਾਂ ਸਿੱਖ ਦੀ ਪਰਿਭਾਸ਼ਾ ਹੈ। ਉਸ ਤੋਂ ਬਾਅਦ ਜਿਹੜੀ ਅਗਲੀ ਹੈ ਕਿ ਜਿਹੜੀ ਸਿੱਖ ਨੇ ਜੀਵਨ ਦਿਨ ਦੀ ਸ਼ੁਰੂਆਤ ਕਰਨੀ ਹੈ, ਉਹਦੇ ਵਿੱਚ ਲਿਖਿਆ ਕਿ ਸਿੱਖ ਨੇ ਅੰਮ੍ਰਿਤ ਵੇਲੇ ਉੱਠਦੇ ਸਾਰ ਪਹਿਲਾਂ ਸਭ ਤੋਂ ਪਹਿਲਾ ਕਰਮ ਹੈਗਾ ਕਿ ਵਾਹਿਗੁਰੂ ਦਾ ਸਿਮਰਨ ਜੀ, ਸਿਮਰਨ ਕਰੇ। ਇਹ ਸਿਮਰਨ ਜਿਹੜਾ ਹੈ, ਇਹ ਬਾਰ-ਬਾਰ ਉਸ ਨੂੰ ਯਾਦ ਕਰਨਾ, ਉਸ ਨੂੰ ਬਾਰ-ਬਾਰ ਦੁਹਰਾਣਾ, ਇਹ ਜਿਹੜਾ ਹੈ, ਮੇਰੇ ਪਿਤਾ ਜੀ ਕਹਿੰਦੇ ਹੁੰਦੇ ਸੀ ਕਿ ਵਾਹਿਗੁਰੂ ਕਹਿਣ ਨਾਲ ਵਾਹਿਗੁਰੂ ਨਾਲ ਬਣ ਆਉਂਦੀ ਹੈ। ਜਦੋਂ ਤੁਸੀਂ ਕਿਸੇ ਨੂੰ ਯਾਦ ਕਰਦੇ ਹੋ, ਉਹਦੇ ਵਰਗੇ ਤੁਸੀਂ ਬਣ ਜਾਂਦੇ ਹੋ। ਸੋ ਸਭ ਤੋਂ ਪਹਿਲੀ ਜਿਹੜੀ ਸ਼ੁਰੂਆਤ ਹੈਗੀ ਹੈ ਦਿਨ ਦੀ, ਉੱਠਦੇ ਸਾਰ ਉਹ ਵਾਹਿਗੁਰੂ ਦਾ ਸਿਮਰਨ ਕਰਨਾ। ਇਹ ਪਹਿਲਾ ਜਿਹੜਾ ਉਹਦਾ ਕਰਮ ਹੈਗਾ। ਯਾਨੀ ਆਪਣੇ ਆਸਨ ਤੋਂ, ਮੰਜੇ ਤੋਂ ਉੱਠਦੇ ਸਾਰ ਕੁਝ ਵੀ ਕਰਨ ਤੋਂ ਪਹਿਲੇ ਜਿੰਨੀ ਦੇਰ ਕਰ ਸਕੇ, 2 ਮਿੰਟ, 4 ਮਿੰਟ, 10 ਮਿੰਟ, ਅੱਧਾ ਘੰਟਾ, ਉਹ ਵਾਹਿਗੁਰੂ ਦਾ ਧਿਆਨ ਧਰ ਕੇ ਉਹਦਾ ਸਿਮਰਨ ਕਰੇ, ਉਸ ਨੂੰ ਯਾਦ ਕਰੇ। ਇਹ ਸਭ ਤੋਂ ਪਹਿਲਾ ਕਰਮ ਹੈ ਜੀ। ਸਰੀਰਕ ਕਿਰਿਆਵਾਂ ਸੋਧਣ ਉਪਰੰਤ ਜੀ ਇਸ਼ਨਾਨ ਕਰਕੇ ਫਿਰ ਨਿਤਨੇਮ ਦੀਆਂ ਬਾਣੀਆਂ ਦੇ ਪਾਠ ਕਰਨ ਬਾਰੇ ਵੀ ਅਸੀਂ ਸੁਣਦੇ ਹਾਂ। ਇਹਨਾਂ ਬਾਰੇ ਵੀ ਦੱਸੋ ਜੀ। ਜੀ, ਇਹਦੇ ਵਿੱਚ ਨਿਤਨੇਮ ਦੀਆਂ ਜਿਹੜੀਆਂ ਹਨ ਜੀ, ਇਹ 5 ਬਾਣੀਆਂ ਸਿੱਖ ਰਹਿਤ ਮਰਿਆਦਾ ਵਿੱਚ ਅੰਕਿਤ ਹਨ। ਦਰਅਸਲ ਜੇਕਰ ਅਸੀਂ ਪੂਰੇ ਵਿਸਥਾਰ ਵਿੱਚ ਜਾਈਏ ਤਾਂ 20ਵੀਂ ਸਦੀ ਤੋਂ ਪਹਿਲੇ ਜਿਤਨੇ ਪੁਰਾਤਨ ਰਹਿਤਨਾਮੇ ਹਨ, ਉਹਨਾਂ ਵਿੱਚ 2 ਬਾਣੀਆਂ ਅੰਮ੍ਰਿਤ ਵੇਲੇ ਦੀਆਂ ਜਪ ਤੇ ਜਾਪ ਲਿਖੀਆਂ ਗਈਆਂ ਹਨ। ਮਗਰ ਉਸ ਦੇ ਨਾਲ ਇਹ ਸੀਗਾ ਕਿ ਜਦੋਂ ਖਾਲਸਾ ਧਰਮ ਸ਼ਾਸਤਰ ਵੀ ਬਣਾਇਆ, ਉਹਦੇ ਵਿੱਚ ਤੀਸਰੀ ਬਾਣੀ ਸਿੱਖ ਨੇ ਖੁਦ ਨਿਰਧਾਰਿਤ ਕਰਨੀ ਸੀ
ਉਹ ਕੋਈ ਭਾਵੇਂ ਚੰਡੀ ਦੀ ਵਾਰ ਕਰੇ, ਆਸਾ ਦੀ ਵਾਰ ਕਰੇ, ਜਾਂ ਸਵਈਏ ਕਰੇ, ਜਾਂ ਹੋਰ ਜਿਹੜੀ ਬਾਣੀ ਇੱਕ ਉਹਨੇ ਆਪ ਨਿਸ਼ਚਿਤ ਕਰਨੀ ਹੈ, ਪਰ ਉਹਦੇ ਵਿੱਚ ਲਿਖਿਆ ਸੀ ਕਿ ਉਸ ਨੂੰ ਨਿਸ਼ਚਿਤ ਤੌਰ ਤੇ ਆਪਣੀ ਨਿਤਨੇਮ ਦਾ ਹਿੱਸਾ ਬਣਾਏ। ਸੋ 3 ਬਾਣੀਆਂ ਜਪਜੀ ਜਾਪ ਨਿਸ਼ਚਿਤ ਸਨ, ਸ਼ਾਮ ਨੂੰ ਸੋਦਰ ਨਿਸ਼ਚਿਤ ਹੈ, ਔਰ ਸੌਣ ਲੱਗਿਆ ਬਿਰਾਜਣ ਲੱਗਿਆ ਸੋਹਿਲਾ ਇਹ ਬਾਣੀ ਨਿਸ਼ਚਿਤ ਸੀ। ਤੀਸਰੀ ਜਿਹੜੀ ਬਾਣੀ ਸਵੇਰ ਦੀ ਸੀ ਇਹ ਬਾਅਦ ਵਿੱਚ ਅਕਾਲੀ ਕੌਰ ਸਿੰਘ ਜੀ ਵੇਲੇ ਫਿਰ ਇਹ ਨਿਰਧਾਰਿਤ ਕੀਤੀ ਗਈ, ਔਰ ਬਕਾਇਦਾ ਇਸ ਨੂੰ ਕਰਕੇ ਜਿਹੜੀਆਂ 3 ਬਾਣੀਆਂ ਸਵੇਰ ਦੀਆਂ, ਇੱਕ ਸ਼ਾਮ ਦੀ ਤੇ ਇੱਕ ਰਾਤ ਦੀ, ਯਾਨੀ ਕੁੱਲ ਨਿਤਨੇਮ 5 ਬਾਣੀਆਂ ਦਾ ਨਿਤਨੇਮ ਨਿਰਧਾਰਿਤ ਕੀਤਾ ਗਿਆ। ਭਾਈ ਕਾਹਨ ਸਿੰਘ ਜੀ ਦਾ 1890-95 ਦਾ ਹਮ ਹਿੰਦੂ ਨਹੀਂ, ਉਹਦੇ ਵਿੱਚ ਜਿਹੜੀਆਂ 5 ਬਾਣੀਆਂ ਲਿਖੀਆਂ ਹਨ ਉਹ ਵੀ ਲਿਖੀਆਂ ਹਨ ਜਪਜੀ ਜਾਪ ਸਵਈਏ ਤੇ ਸੋਦਰ ਤੇ ਸੋਹਿਲਾ, ਇਹ ਬਾਣੀਆਂ ਲਿਖੀਆਂ। ਮਗਰ ਜਿਹੜੀ ਹੁਣ ਸਿੱਖ ਰਹਿਤ ਮਰਿਆਦਾ ਪ੍ਰਵਾਨ ਕੀਤੀ ਪੰਥ ਨੇ ਉਹਦੇ ਵਿੱਚ ਇਹ ਕੀਤਾ ਕਿ ਜਪਜੀ ਜਾਪ ਸਵਈਏ ਸਵੇਰ ਵੇਲੇ, ਸੋਦਰ ਸ਼ਾਮ ਵੇਲੇ ਔਰ ਸੋਹਿਲਾ ਰਾਤ ਵੇਲੇ, ਪਰ ਇੱਕ ਲਾਈਨ ਅਗਲੀ ਹੈ ਕਿ ਘੱਟ ਤੋਂ ਘੱਟ ਇਹਨਾਂ ਬਾਣੀਆਂ ਦਾ ਪਾਠ ਕਰੇ। ਇਹ ਨਹੀਂ ਕਿ ਇਹਨਾਂ ਦਾ ਹੀ ਕਰੇ, ਇਹਨਾਂ ਦਾ ਵੀ ਕਰੇ, ਇਹਦਾ ਮਤਲਬ ਹੋਰ ਜਿੰਨੀਆਂ ਬਾਣੀਆਂ ਕਰਦਾ। ਇਸ ਕਰਕੇ ਕੋਈ ਦੁਬਿਧਾ ਨਹੀਂ ਹੈ ਜੇ ਕੋਈ ਹੋਰ ਪੜ੍ਹਦਾ, ਜੇ ਕੋਈ ਜਿਵੇਂ ਜਿੰਨੀਆਂ ਸੰਪਰਦਾਵਾਂ ਹੈ, ਜਿੰਨੇ ਮਹਾਂਪੁਰਸ਼ ਹੈ, ਜਿੰਨੀਆਂ ਸੰਸਥਾਵਾਂ ਹੈ, ਉਹ ਸਾਰੇ ਸਵੇਰੇ 5 ਬਾਣੀਆਂ ਦਾ ਕਰਦੇ ਹੈ, ਜਿਹੜੀਆਂ ਬਾਣੀਆਂ ਅੰਮ੍ਰਿਤ ਸੰਚਾਰ ਦੀਆਂ। ਸੋ ਇਹਦੇ ਚ ਕਿਧਰੇ ਕੋਈ ਕੰਟਰਡਿਕਸ਼ਨ ਜਾਂ ਦੁਬਿਧਾ ਨਹੀਂ ਹੈ। ਉਹ ਬਾਣੀਆਂ ਜਿਹੜੀਆਂ ਹੈ ਜਿੰਨੀਆਂ ਵੱਧ ਤੋਂ ਵੱਧ ਪੜ੍ਹ ਸਕੇ, ਕਈ ਜਿਹੜੇ ਆ ਉਸ ਤੋਂ ਇਲਾਵਾ ਵੀ ਬੜੀਆਂ ਬਾਣੀਆਂ ਦਾ ਪਾਠ ਕਰਦੇ ਆ, ਜਥੇਬੰਦੀਆਂ ਵੀ ਕਰਦੀਆਂ ਤੇ ਨਿੱਜੀ ਤੌਰ ਦੇ ਉੱਤੇ ਵੀ ਬਹੁਤ ਕਰਦੇ ਆ। ਬਹੁਤ ਸਾਰੀਆਂ ਨਿਤਨੇਮ ਦੀਆਂ ਬਾਣੀਆਂ, ਸੁਖਮਨੀ ਸਭਾ ਸੇਵਾ ਸੁਸਾਇਟੀਆਂ ਬਣੀਆਂ ਹੋਈਆਂ ਨੇ, ਬਾਅਦ ਦੁਪਹਿਰ ਸੁਖਮਨੀ ਸਾਹਿਬ ਦਾ ਪਾਠ ਬੀਬੀਆਂ ਅਕਸਰ ਗੁਰੂ ਘਰਾਂ 'ਚ ਸਪੀਕਰ 'ਚ ਬੋਲ ਕੇ ਵੀ ਕਰਦੀਆਂ ਨੇ। ਗੁਟਕਾ ਸਾਹਿਬ ਤੋਂ ਸਵੇਰ ਦੀਆਂ ਬਾਣੀਆਂ ਦਾ ਪਾਠ ਕਰਕੇ ਆਪਣੀਆਂ ਵੱਡੀਆਂ ਦਾਦੀਆਂ ਮਾਵਾਂ ਅਸੀਂ ਆਪ ਦੇਖੀਆਂ ਨੇ ਘਰਾਂ 'ਚ, ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੁੰਦਾ ਸੀ। ਤੇ ਹੁਣ ਕੁਛ ਘਰਾਂ 'ਚ ਜੀ ਇੱਧਰ ਆਪਣੇ ਉੱਤਰੀ ਅਮਰੀਕਾ ਦੇ ਵਿੱਚ ਵੀ ਘਰਾਂ ਦੇ ਵਿੱਚ ਹੀ ਉੱਪਰ ਚੁਬਾਰਿਆਂ 'ਚ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਵਾਏ ਹੋਏ ਨੇ। ਸੋ ਉਹਨਾਂ ਲੋਕਾਂ ਨੂੰ ਬਹੁਤਿਆਂ ਨੂੰ ਤਾਂ ਸਮਝ ਹੈ, ਪਰ ਹੋ ਸਕਦਾ ਪੂਰੀ ਸਮਝ ਨਾ ਹੋਵੇ। ਘਰਾਂ 'ਚ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਜਿੱਥੇ ਜਿੱਥੇ ਕਰਵਾਏ ਹੋਏ ਨੇ, ਉੱਥੇ ਸਾਨੂੰ ਕਿਹੜੀਆਂ ਖਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਜੀ? ਦੇਖੋ, ਉਹਦੇ ਵਿੱਚ ਤੇ ਸਿਰਫ ਇੱਕੋ ਚੀਜ਼ ਦਾ ਹੈਗਾ ਕਿ ਜਿੱਥੇ ਵੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਤਾਂ ਉਹ ਜ਼ਾਹਿਰਾ ਜ਼ਹੂਰ ਔਰ ਹਾਜ਼ਰਾ ਹਜ਼ੂਰ ਔਰ ਪ੍ਰਤੱਖ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ, ਗੁਰੂ ਹਨ, ਪ੍ਰਤੱਖ ਗੁਰੂ ਹਨ। ਇਸ ਕਰਕੇ ਇਹਦੇ ਲਈ ਕੋਈ ਜਿਹੜਾ ਪੈਮਾਨਾ ਹੁੰਦਾ ਹੈ ਕਿਸੇ ਦੇ ਸਤਿਕਾਰ ਦਾ, ਪਿਆਰ ਦਾ, ਸ਼ਰਧਾ ਦਾ, ਉਹਨੂੰ ਬੰਨਿਆ ਨਹੀਂ ਜਾ ਸਕਦਾ। ਉਹ ਤਾਂ ਇੱਕ ਸੀਮਾ ਰਹਿਤ ਹੈ। ਉਹ ਜਿਤਨਾ ਕੋਈ ਸਤਿਕਾਰ, ਪਰ ਇੱਕ ਗੱਲ ਘੱਟੋ ਘੱਟ ਹੈਗੀ ਹੈ ਕਿ ਜਿੱਥੇ ਵੀ ਪ੍ਰਕਾਸ਼ ਕੀਤਾ ਜਾਏ ਉਹ ਯੋਗ ਥਾਂ ਦੇ ਉੱਤੇ ਕੀਤਾ ਜਾਏ। ਨਹੀਂ ਤੇ ਕਈ ਵਾਰੀ ਐਸਾ ਵੀ ਵੇਖਣ ਜਾਂਦਾ ਹੈ ਕਿ ਜਿਹੜੀ ਘਰ ਦੇ ਵਿੱਚ ਥਾਂ ਕਿਧਰੇ ਵਰਤੋਂ ਵਿੱਚ ਨਹੀਂ ਆ ਸਕਦੀ, ਉਹ ਜਿਹੜੀ ਹੈ ਗੁਰੂ ਸਾਹਿਬ ਲਈ ਉਹਨਾਂ ਨੇ ਰਿਜ਼ਰਵ ਕਰ ਦਿੰਦੇ ਆ। ਐਸਾ ਨਾ ਹੋਏ ਕਿ ਜਿਹੜੀ ਅਗਰ ਇਹ ਸੋਚ ਲਵੇ ਕਿ ਜੇ ਪ੍ਰਤੱਖ ਗੁਰੂ ਸਾਹਿਬ ਆਣ ਅਸੀਂ ਉਹਨਾਂ ਨੂੰ ਕਿਹੜੀ ਥਾਂ ਦੇਣੀ ਹੈ। ਬਣਦਾ ਯੋਗ ਸਥਾਨ ਜਿਹੜਾ ਹੈ, ਅੱਛੇ ਤੋਂ ਅੱਛਾ ਸਥਾਨ, ਜੇ ਅਗਰ ਨਾ ਕਰ ਸਕੇ, ਮੰਨ ਲਓ ਕੋਈ ਐਸੀ ਗੱਲ ਹੈ, ਦਿੱਕਤ ਵੀ ਹੁੰਦੀ ਹੈ, ਕੋਈ ਜ਼ਰੂਰੀ ਨਹੀਂ ਕਿ ਉਹ ਕਰ ਸਕੇ ਔਰ ਕੱਢ ਸਕੇ। ਕਈਆਂ ਕੋਲ ਸਿੰਗਲ ਬੈਡਰੂਮ ਦਾ ਫਲੈਟ ਵੀ ਹੈਗਾ ਜਾਂ ਸਟੂਡੀਓ ਹੈ, ਤਾਂ ਉਹਦੇ ਲਈ ਫਿਰ ਬੜਾ ਆਸਾਨ ਤਰੀਕਾ ਵੀ ਹੈ ਕਿ ਜੇ ਪਾਠ ਕਰਨ ਲਈ ਸੈਂਚੀਆਂ ਦੇ ਵਿੱਚੋਂ ਵੀ ਕੀਤਾ ਜਾ ਸਕਦਾ ਹੈ। ਯਾਨੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਘਰ 'ਚ ਕਰਨਾ ਲਾਜ਼ਮੀ ਨਹੀਂ ਹੈ। ਇਹ ਹੈ ਵਾਹ ਲੱਗਦੇ ਕਰੇ ਜੇਕਰ ਉਹਦਾ ਪੂਰਾ ਸਤਿਕਾਰ ਕਰ ਸਕੇ। ਜੇ ਘਰ 'ਚ ਹੈ ਤਾਂ ਜੀ ਕੀ ਫਿਰ ਸ਼ਾਮ ਵੇਲੇ ਸੁਖ ਆਸਨ ਕਰਨਾ ਤੇ ਸਾਰਾ ਕੁਝ ਜਿਸ ਤਰ੍ਹਾਂ ਗੁਰੂ ਘਰ ਦੇ ਵਿੱਚ ਮਰਿਆਦਾ ਉਹ ਜ਼ਰੂਰੀ ਹੈ। ਜਿਵੇਂ ਜੀ ਬਿਲਕੁਲ ਉਸ ਨੂੰ ਬਕਾਇਦਾ ਜਿਹੜੀ ਸੇਵਾ ਹੁੰਦੀ ਹੈ ਉਹਦਾ ਬਕਾਇਦਾ ਪ੍ਰਕਾਸ਼ ਸਵੇਰੇ ਕਰਕੇ ਹੁਕਮਨਾਮਾ ਲਿਆ ਜਾਏ, ਉਹਦਾ ਹੁਕਮਨਾਮਾ ਲੈ ਕੇ ਔਰ ਉਹਦੇ ਬਾਅਦ ਆਪਣੇ ਕਾਰਜ ਜਿਹੜੇ ਕੀਤੇ ਜਾਣ, ਔਰ ਇਸੇ ਤਰੀਕੇ ਨਾਲ ਸ਼ਾਮ ਨੂੰ ਜਿਹੜਾ ਹੈਗਾ ਉਸ ਦਾ ਸੁਖ ਆਸਨ ਕਰਕੇ ਉਸ ਨੂੰ ਜਿਹੜਾ ਹੈਗਾ ਫਿਰ ਛੁੱਟੀਆਂ ਲਈਆਂ ਜਾਣ। ਬਿਲਕੁਲ ਜੀ, ਕਿਉਂਕਿ ਗੁਰੂ ਸਾਹਿਬਾਨ ਨੇ ਬੜੀ ਉੱਚੀ ਸੁੱਚੀ ਜੀਵਨ ਜਾਚ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕਰਵਾਈ ਹੈ। 1601 ਦੇ ਵਿੱਚ ਇਹ ਕਾਰਜ ਆਰੰਭ ਹੋਇਆ ਸੀ। ਭਾਈ ਗੁਰਦਾਸ ਜੀ ਉਸ ਵੇਲੇ ਦੇ ਬੜੇ ਵੱਡੇ ਸਿੱਖ ਸਕਾਲਰ ਸਨ। ਗੁਰੂ ਅਰਜਨ ਦੇਵ ਜੀ ਨੇ ਜਦੋਂ ਇਸ ਗੱਲ ਨੂੰ ਸਮਝਿਆ ਕਿ ਉਹਨਾਂ ਤੱਕ ਬਾਣੀ ਦੀਆਂ ਸੈਂਚੀਆਂ ਮੁਸਲਸਲ ਪਹੁੰਚ ਰਹੀਆਂ ਸਨ, ਕਿ ਇਹਨੂੰ ਇੱਕ ਜਗ੍ਹਾ ਸਟੀਕ ਰੂਪ ਦੇ ਵਿੱਚ ਸਾਂਭ ਕੇ ਰੱਖਿਆ ਜਾਵੇ, ਹਮੇਸ਼ਾ ਦੇ ਲਈ ਇਹ ਇਤਿਹਾਸ ਸਿਰਜਿਆ ਗਿਆ। 1604 ਦੇ ਵਿੱਚ ਇਹ ਕਾਰਜ ਮੁਕੰਮਲ ਹੁੰਦਾ ਤੇ ਜਿਹਨੇ ਦੁਨੀਆ ਨੂੰ ਸੇਧ ਦਿੱਤੀ, ਦੁਨੀਆ ਜਹਾਨ ਦੇ ਜਿਹੜੇ ਸੰਸਕ੍ਰਿਤੀ ਦੇ, ਸੱਭਿਆਚਾਰ ਦੇ, ਭਾਰਤੀ ਦਰਸ਼ਨ ਦੇ
ਹਵਾਲੇ ਦਰਸ਼ਨ ਸਾਨੂੰ ਮਿਲਦੇ ਨੇ ਤੇ ਇਹਨੂੰ ਇਸੇ ਤਰ੍ਹਾਂ ਸਤਿਕਾਰ ਸਹਿਤ ਹੀ ਮਾਨਣ ਤੇ ਨਾਲ ਸਮਝਣ ਦੀ ਵੀ ਲੋੜ ਹੈ ਜੀ। ਆਪਾਂ ਹੁਣ ਕਕਾਰਾਂ ਬਾਰੇ ਆਈਏ ਜੀ। ਬਹੁਤ ਸਾਰੇ ਆਪਣੇ ਇਹਦੇ ਵਿੱਚ ਆਪਣੇ ਬਰਾੜ ਸਾਹਿਬ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ। ਇੱਕ ਗੱਲ ਨੂੰ ਇਹ ਵੀ ਬੜੀ ਲਾਜ਼ਮੀ ਹੈ ਜੀ। ਦੇਖੋ, ਸਿੱਖ ਜਿਹੜਾ ਧਰਮ ਹੁੰਦਾ ਉਹਦੇ ਰਹੱਸਵਾਦ ਹੁੰਦਾ ਹੈ। ਜੇਕਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੀ ਜੋਤ ਗੁਰੂ ਅੰਗਦ ਦੇਵ ਜੀ ਸਥਾਪਿਤ ਕੀਤੀ, ਜੋਤ ਧਰੀ, ਉਹਨਾਂ ਜੋਤ ਰੱਖੀ ਜੀ। ਆਮ ਤੌਰ ਦੇ ਉੱਤੇ ਜਿਹੜੀ ਵਿਰਾਸਤ ਹੁੰਦੀ ਹੈ ਕਿਸੇ ਬੰਦੇ ਦੇ ਚਲਾਣਾ ਕਰ ਜਾਣ ਦੇ ਬਾਅਦ ਉਹਦੀ ਜਾਇਦਾਦ ਜਿਹੜੀ ਉਹਦੇ ਵਾਰਸਾਂ ਨੂੰ ਮਿਲਦੀ ਹੈ। ਬਿਲਕੁਲ। ਪਰ ਗੁਰੂ ਸਾਹਿਬ ਨੇ ਇਹ ਗੱਲ ਬਹੁਤ ਜ਼ਰੂਰੀ ਹੈ, ਮੈਂ ਤਾਂ ਕਹਿ ਰਿਹਾ ਕਿ ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੀ ਜੋਤ, ਆਪਣੀ ਹਯਾਤੀ, ਆਪਣੇ ਜੀਵਨ ਕਾਲ ਦੇ ਵਿੱਚ ਹੀ ਸਰੀਰ ਦੇ ਹੁੰਦਿਆਂ ਉਹਨਾਂ ਨੇ ਗੁਰੂ ਅੰਗਦ ਦੇਵ ਜੀ ਸਥਾਪਿਤ ਕੀਤੀ। ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ, ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ, ਇਹ ਸਿਲਸਿਲਾ ਚੱਲਦਾ ਗਿਆ। ਔਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਹ ਜਿਹੜੀ ਜੋਤ ਸੀ, ਉਹ ਜੋਤ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਸਥਾਪਿਤ ਕੀਤੀ ਹੈ ਜੀ। ਉਹ ਜੋਤ ਗੁਰੂ ਗ੍ਰੰਥ ਸਾਹਿਬ ਵਿੱਚ ਸਥਾਪਿਤ ਕੀਤੀ ਤੇ ਜੁਗਤੀ ਖਾਲਸੇ ਨੂੰ ਦਿੱਤੀ ਹੈ। ਨਹੀਂ ਤਾਂ ਜੋਤ ਤੇ ਜੁਗਤ ਹਰ ਵੇਲੇ ਦੂਜੇ ਗੁਰੂ ਸਾਹਿਬ ਕੋਲ ਜਾਂਦੀ ਰਹੀ। ਪਰ ਇਸ ਕਰਕੇ ਚੋਕੇ ਹੁਣ ਗੁਰੂ ਗ੍ਰੰਥ ਸਾਹਿਬ ਜੀ ਦਾ ਹਾਰਡ ਮਾਸ ਦਾ ਸਰੀਰ ਨਹੀਂ ਹੈ, ਉਹ ਜੋਤ ਹੈ। ਇਸ ਕਰਕੇ ਉਹ ਜੋਤ, ਜਿਵੇਂ ਗੁਰੂ ਨਾਨਕ ਦੇਵ ਜੀ ਜਦੋਂ ਬਗਦਾਦ ਗਏ ਸੀ ਤਾਂ ਉਹਨਾਂ ਨੇ ਇੱਕ ਬੜਾ ਸੋਹਣਾ ਸਵਾਲ ਕੀਤਾ ਸੀ ਜੀ। ਕਹਿੰਦੇ ਕੋਈ ਐਸੀ, ਕਹਿੰਦੇ ਰੱਬ ਸਭ ਕੁਝ ਕਰ ਸਕਦਾ ਹੈ। ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਨਹੀਂ, ਮੈਂ ਨਹੀਂ ਮੰਨਦਾ ਰੱਬ ਸਭ ਕੁਝ ਕਰ ਸਕਦਾ। ਉਹ ਥੋੜਾ ਜਿਹਾ ਔਖੇ ਵੀ ਹੋ ਗਏ, ਕਹਿਣ ਲੱਗੇ ਆ ਕੁਦਾਮ ਸਯਸਤ ਕੇ ਖੁਦ ਖੁਦਾਏ ਖਲੇ ਪੈਦਾ ਨਮੇ ਸ਼ਵਦ। ਉਹ ਗੱਲ ਦੱਸ ਜਿਹੜੀ ਰੱਬ ਪੈਦਾ ਕਰਨੀ ਚਾਹੇ ਤੇ ਨਾ ਕਰ ਸਕੇ। ਹਜ਼ੂਰ ਮੁਸਕਰਾ ਕੇ ਕਿਹਾ ਕਿ ਆ ਕੁਦਾਮ ਸਿਆਸਤ ਕੇ ਖੁਦ ਖੁਦਾਏ ਖੁਦਾਏ ਦੀਗਰ ਪੈਦਾ ਨਮੇ ਸ਼ਬਦ। ਜੇ ਰੱਬ ਚਾਹੇ ਮੈਂ ਇੱਕ ਰੱਬ ਹੋਰ ਪੈਦਾ ਕਰ ਲਵਾਂ ਤਾਂ ਰੱਬ ਨਹੀਂ ਕਰ ਸਕੇਗਾ। ਬੜੀ ਵੱਡੀ ਗੱਲ। ਹੁਣ ਇਸ ਤਰੀਕੇ ਦੇ ਨਾਲ ਇਹ ਜਿਹੜੀ ਜੋਤ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਇਹ ਜੁਗੋ ਜੁਗ ਅਟਲ ਹੈ, ਜੁਗੋ ਜੁਗ ਅਟਲ ਹੈ, ਇਹਦੇ ਚ ਰਹੇਗੀ। ਕਾਰਨ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਖੁਦ ਇਹ ਜੋਤ ਕਿਧਰੇ ਹੋਰ ਤਬਦੀਲ ਨਹੀਂ ਕਰ ਸਕਦੇ ਜੀ। ਬਿਲਕੁਲ ਬਿਲਕੁਲ। ਇਹ ਧਾਰੀ ਨਕਲੀ ਗੁਰੂ ਹੈਗੇ ਆ ਜਿਹੜੇ ਆਪਣੇ ਆਪ ਨੂੰ 11ਵੇਂ 12ਵੇਂ 13ਵੇਂ ਗੁਰੂ ਕਹੀ ਜਾਂਦੇ ਆ। ਉਹ ਕਹਿੰਦੇ ਜੀ ਸਾਨੂੰ ਜਿਹੜੇ ਹੈ ਉਹ ਬਾਅਦ ਵਿੱਚ ਗੁਰਗੱਦੀ ਮਿਲੀ। ਹੁਣ ਜੇ ਮਰਨ ਤੋਂ ਬਾਅਦ ਮਿਲੀ ਉਹ ਵਿਰਾਸਤ ਹੋ ਸਕਦੀ ਹੈ, ਜੋਤ ਨਹੀਂ ਹੋ ਸਕਦੀ। ਜੋਤ ਗੁਰੂ ਗੋਬਿੰਦ ਸਿੰਘ ਸਾਹਿਬ ਜਿਹੜੇ ਆ ਗੁਰੂ ਗ੍ਰੰਥ ਸਾਹਿਬ ਹੀ ਦੇ ਗਏ ਆ। ਸਿੱਖ ਦਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ। ਜੇਕਰ ਕੋਈ ਇਹ ਕਹਿੰਦਾ ਗੁਰੂ ਗ੍ਰੰਥ ਸਾਹਿਬ ਵਿੱਚ ਜੋਤ ਨਹੀਂ ਹੈ, ਉਹ ਸਿੱਖੀ ਸਰੂਪ ਵਿੱਚ ਹੋਏ ਪਰ ਸਿੱਖੀ ਦਾ ਦੁਸ਼ਮਣ ਹੈ। ਇਹ ਸਮਝ ਲੈਣੀ ਚਾਹੀਦੀ। ਆਪਾਂ ਬਾਣੀਆਂ ਦੀ ਗੱਲ ਕੀਤੀ ਜੀ, ਤੇ ਬਾਣੀਆਂ ਦੇ ਨਾਲ ਨਾਲ ਆਪਾਂ ਰੋਜ਼ਾਨਾ ਸਿੱਖ ਅਰਦਾਸ ਕਰਦਾ, ਸਰਬੱਤ ਦੇ ਭਲੇ ਦੀ ਕਾਮਨਾ ਕਰਦਾ ਹੈ। ਅਰਦਾਸ ਦੇ ਵਿੱਚ ਕੀ ਕੋਈ ਵਾਧ ਘਾਟ ਹੋ ਸਕਦੀ ਹੈ ਜਾਂ ਨਿੱਜੀ ਜਿਹੜੀਆਂ ਮੰਗਾਂ ਸ਼ਾਮਲ ਹੋ ਸਕਦੀਆਂ ਨੇ? ਇਹਦੇ ਬਾਰੇ ਰਹਿਤ ਮਰਿਆਦਾ ਕੀ ਕਹਿੰਦੀ ਹੈ ਜੀ? ਦੇਖੋ, ਦੋ ਗੱਲਾਂ। ਜਿਹੜੀ ਅਰਦਾਸ ਹੈ, ਅਰਦਾਸ ਦੇ ਵਿੱਚ ਇਹ ਲਿਖਿਆ ਹੈ ਕਿ ਜਿਹੜੀ ਪਹਿਲੀ ਪੌੜੀ ਹੈ ਉਹ ਹੈਗੀ ਹੈ ਪ੍ਰਥਮ ਭਗਉਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦੋ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਏ ਕਰ ਨੌ ਨਿਧਿ ਆਵੇ ਤਾਏ। ਇਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਰਚਤ ਹੈ। ਇਹਦੇ ਵਿੱਚ ਗੁਰੂ ਤੇਗ ਬਹਾਦਰ ਸ਼ਬਦ ਦਾ ਨਾਂ ਹੈ, ਗੁਰੂ ਸਾਹਿਬ ਨੇ ਆਪਣਾ ਨਾਂ ਨਹੀਂ ਲਿਖਿਆ। ਹੁਣ ਬਾਅਦ ਵਿੱਚ ਖਾਲਸਾ ਪੰਥ ਨੇ ਇਹਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨਾਂ ਐਡ ਕੀਤਾ। ਮਗਰ ਸਿੱਖ ਰਹਿਤ ਮਰਿਆਦਾ ਚ ਲਿਖਿਆ ਕਿ ਜਿਹੜੀ ਪਹਿਲੀ ਪੌੜੀ ਹੈ ਪ੍ਰਥਮ ਭਗਉਤੀ, ਇਹਦੇ ਵਿੱਚ ਕੋਈ ਤਬਦੀਲੀ ਨਹੀਂ ਹੋ ਸਕਦੀ। ਤੇ ਅਖੀਰਲੀ ਤੁਕ ਹੈ ਨਾਨਕ ਨਾਮ ਚੜ੍ਹਦੀ ਕਲਾ, ਉਹਦੇ ਵਿੱਚ ਵੀ ਕੋਈ ਤਬਦੀਲੀ ਨਹੀਂ ਹੋ ਸਕਦੀ। ਇੱਥੇ ਮੈਂ ਜ਼ਰੂਰ ਦੱਸਣਾ ਚਾਹਾਂਗਾ ਜਿਹੜੀ ਓਰੀਜਨਲ ਹੈ, ਜਿਹੜੀ ਪਾਸ ਕੀਤੀ ਗਈ ਸੀ, ਉਹਦੇ ਵਿੱਚ ਹੈਗਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਕਾ ਭਲਾ। ਕਾ ਹੈ ਜਿਵੇਂ ਵਾਹਿਗੁਰੂ ਜੀ ਕਾ ਖਾਲਸਾ ਹੈ, ਯਾਨੀ ਫਰਕਾ ਬੁਰਾ ਨਾ ਰੱਖੋ ਜੀਤ, ਉਹਦੇ ਵਿੱਚ ਤਬਦੀਲੀ ਕਰਕੇ ਕਰ ਦਿੱਤਾ ਗਿਆ। ਛਾਪੇ ਦੀ ਗਲਤੀ ਹੈ, ਉਹਦੇ ਵਿੱਚ ਲਿਖ ਦਿੱਤਾ ਗਿਆ ਸਰਬਤ ਦਾ ਭਲਾ। ਬਿਲਕੁਲ ਜੀ। ਇਹ ਦੇਖੋ ਜੀ ਜਿਹੜਾ ਪੰਜਾਬੀਕਰਨ ਕਰ ਦਿੱਤਾ ਗਿਆ। ਅਸਲ ਵਿੱਚ ਜਿਹੜੀ ਬਾਣੀ ਹੈ ਇਹ ਸੰਦੂਕੜੀ ਬੋਲੀ ਚ ਹੈ, ਸਾਰੇ ਰੀਜਨ ਦੀ, ਸਾਰੇ ਭਾਰਤ ਵਰਸ਼ ਦੀ ਔਰ ਦੂਰ ਖਿੱਤੇ ਦੀ ਇਹ ਬੋਲੀ ਸੀ, ਹਰ ਕਿਸੇ ਨੂੰ ਸਮਝ ਆਉਂਦੀ ਹੈ। ਸੋ ਉਹਦੇ ਵਿੱਚ ਪੰਜਾਬੀਕਰਨ ਜਿਹੜਾ ਇਹਦਾ ਦਾ ਲਫ਼ਜ਼ ਦੇ ਦਿੱਤਾ ਗਿਆ, ਉਹ ਇਹਦੀ ਜਿਹੜੀ ਵਾਇਲੇਸ਼ਨ ਹੈ। ਬਾਕੀ ਜਿਸਨੇ ਮੰਗਣਾ ਹੈ ਜੀ ਕੀ ਬਿਰਥਾ ਹੋਏ ਗੁਰ ਪੇ ਅਰਦਾਸ ਕਰ, ਉਹਨੇ ਆਪਣੀ ਬਿਰਥਾ ਗੁਰੂ ਅੱਗੇ ਰੱਖਣੀ ਹੈ, ਮੰਗਾਂ ਵੀ ਮੰਗਣੀਆਂ। ਔਰ ਬਾਣੀ ਨੇ ਵੀ ਦੱਸ ਦਿੱਤਾ ਅਸੀਂ ਤਾਂ ਸਾਰੀਆਂ ਚੀਜ਼ਾਂ ਜੋ ਕੁਝ ਵੀ ਹੈਗਾ, ਗਊ ਭੈਂਸ ਮੰਗੋ ਲਾਵੇਰੀ, ਮੈਂ ਤਾਜਨ ਤੁਰੀ ਚੰਗੇਰੀ, ਸਭ ਕੁਝ ਘਰ ਕੀ ਗੀਹਨ ਚੰਗੀ, ਸਭ ਕੁਝ ਇੱਥੋਂ ਮੰਗਣਾ ਹੈ। ਪਰ ਉਹਦੇ ਵਿੱਚ ਇੱਕ ਹੈ ਕਿ ਗੁਰਮਤ ਅਨੁਸਾਰ ਮੰਗੇ, ਮੰਗ ਕਰੇ ਹੁਕਮ ਨਾ ਕਰੇ।
ਇਹ ਉਹਦੇ ਵਿੱਚ ਸ਼ਰਤ ਹੈ। ਔਰ ਉਹਦੇ ਜਿਹੜੀ ਤਬਦੀਲੀ ਕੀਤੀ ਗਈ ਸੀਗੀ ਉਹ ਇੱਕ ਕੀਤੀ ਗਈ ਸੀ ਕਿ ਜਦੋਂ ਨਨਕਾਣਾ ਸਾਹਿਬ ਦਾ ਵਿੱਚ ਸ਼ਾਮਿਲ ਕੀਤਾ ਗਿਆ। ਦੋ ਤਬਦੀਲੀਆਂ ਹੋਰ ਹੈ, ਉਹਦੇ ਵਿੱਚ ਮਤ ਦਾ ਰਾਖਾ ਲਿਖਿਆ, ਮਤ ਪਤ ਨਹੀਂ ਹੈ, ਪਰ ਇੱਥੇ ਪੜ੍ਹਨਾ ਸ਼ੁਰੂ ਕਰ ਦਿੱਤਾ ਗਿਆ ਹੈ ਮਤ ਪਤ ਦਾ ਰਾਖਾ। ਅਸਲ ਵਿੱਚ ਮਰਿਆਦਾ ਵਿੱਚ ਮਤ ਦਾ ਰਾਖਾ ਹੈ। ਇੱਕ ਸ੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ ਲਿਖਿਆ ਸੀ, ਉਹਨੂੰ ਵੀ ਪੜ੍ਹਨਾ ਸ਼ੁਰੂ ਕਰਤਾ ਹੈ ਸ੍ਰੀ ਅੰਮ੍ਰਿਤਸਰ ਜੀ ਕੇ ਦਰਸ਼ਨ ਇਸ਼ਨਾਨ। ਇਹ ਵੀ ਗਲਤ ਹੈ। ਸੋ ਘੱਟੋ ਘੱਟ ਸਾਨੂੰ ਡਿਸਪਲਿਨ ਵਿੱਚ ਰਹਿਣਾ ਚਾਹੀਦਾ। ਜੇ ਕੋਈ ਉਣਤਾਈ ਹੈ, ਕਮੀ ਸਾਡੀ ਸਮਝਣ ਵਿੱਚ ਹੋ ਸਕਦੀ ਹੈ, ਲਿਖਣ ਵਿੱਚ ਨਹੀਂ ਹੈਗੀ। ਦੋਹਰਾ ਬਾਰੇ ਵੀ ਕਈ ਵਾਰੀ ਸਾਨੂੰ ਅਸੀਂ ਸੁਣਦੇ ਹਾਂ, ਕਿਤੇ ਕਹਿੰਦੇ ਉੱਠ ਗਈ ਸਭਾ ਮਲੇਸ਼ ਕੀ, ਫਿਰ ਉਹ ਕਿਤੇ ਨਹੀਂ ਸੁਣਦੇ। ਦੋਹਰੇ ਬਾਰੇ ਕੀ ਰਹਿਤ ਮਰਿਆਦਾ ਜਾਂ ਉਹ ਕੀ ਆਪਾਂ ਕਿਹੜੇ ਨੂੰ ਸਹੀ ਰੂਪ ਸਮਝੀਏ? ਜਦੋਂ ਸਿੱਖਾਂ ਦੇ ਉੱਤੇ ਅੰਨਾ ਤਸ਼ੱਦਦ ਹੋ ਰਿਹਾ ਸੀ, ਪੱਤਾ ਸਿੱਖਾਂ ਦਾ ਵੈਰੀ ਸੀ, ਜਦੋਂ ਸਰਕਾਰੀ ਤੌਰ ਤੇ ਹੁਕਮ ਜਾਰੀ ਹੋ ਗਏ ਸੀਗੇ ਕਿ ਨਾਨਕ ਪਰਸਤਾਂ ਹਰ ਕਜਾ ਕਬਿਆ ਬੰਦ ਬਾ ਕਤਲ ਰਸਾਨੰਦ, ਜਿੱਥੇ ਨਾਨਕ ਪਰਸਤ ਨਜ਼ਰ ਆ ਜਾਏ ਕਤਲ ਕਰ ਦਿੱਤਾ ਜਾਏ। ਉਸ ਵੇਲੇ ਉਸ ਹਾਲਾਤ ਦੇ ਵਿੱਚ ਦੇਖੋ, ਜਿੱਥੇ ਭਾਈ ਤਾਰੂ ਸਿੰਘ ਵਰਗੇ ਨੂੰ ਉਸ ਵੇਲੇ ਹਕੂਮਤ ਕਹਿ ਰਹੀ ਸੀ ਕਿ ਤੁਹਾਡੇ ਜਿਹੜੇ ਵੱਡੇ ਵੱਡੇ ਲੋਕ ਹੈਗੇ ਆ ਉਹਨਾਂ ਦੀ ਹਾਲਤ ਇਹ ਹੈ ਕਿ ਫਿੱਡਾ ਜੈਸਾ ਟੱਟੂਆ ਜੁਲੜੂ ਕਾ ਕਾਠੂ ਪਾਏ, ਰਸੜੂ ਲਗਾੜੂ ਤੇ ਰਸੜੂ ਰਕਾਬਜੂ, ਪਾਟਿਆ ਸਾ ਕਛੜੂ ਤੇ ਨੀਲੜੋ ਸਾ ਤੇਗੜੂ, ਗਟ ਸਠ ਗਾਤਰ ਬਣਾਇਆ ਸਭ ਸਾਜੂ, ਨਾਮ ਤੋਂ ਅਕਾਲੜੂ ਸੋ ਫਿਰੇ ਬੁਰੇ ਹਾਲੜੂ, ਪਰ ਲੂਟ ਖੂਟ ਖਾਵਣੇ ਕੋ ਡਾਢੇ ਉਸਤਾਦ ਜੂ। ਉਸ ਵੇਲੇ ਦੇਖੋ ਸਿੰਘਾਂ ਦੀ ਚੜ੍ਹਦੀ ਕਲਾ ਸੀਗੀ, ਚੜ੍ਹਦੀ ਕਲਾ ਸੀ। ਉਹ ਕਹਿੰਦੇ ਸੀ ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ, ਛਤਰ ਝੁਲੇਗਾ ਸੀਸ पे खूब करेगी मौज, राज करेगा खालसा आकी रहे ना कोई, ख्वार होए सब मिलेंगे बचे शरण जो होए। ਫਿਰ ਇਹਦੇ ਬਾਅਦ ਜਿਹੜੇ ਤੁਸੀਂ ਲਫ਼ਜ਼ ਕਹਿ ਰਹੇ ਹੋ ਉੱਡ ਗਈ ਸਭਾ ਮਲੇਚ ਕੀ, ਇਹ ਸਿੰਘ ਜਿਹੜੇ ਪੜ੍ਹਦੇ ਸੀ। ਮੈਂ ਆਪਣਾ ਇੱਕ ਨਿੱਜੀ ਦੱਸਾਂ, ਮੈਂ ਤੇ ਮੇਰਾ ਇੱਕ ਦੋਸਤ, ਬਹੁਤ ਪੁਰਾਣੀ ਗੱਲ ਹੈ, ਸ਼ਾਇਦ ਹੁਣ ਤਾਂ ਉਹਨੂੰ ਵੀ ਕਿੰਨਾ ਸਮਾਂ ਹੋ ਗਿਆ, ਅਸੀਂ ਗਏ ਸੀਗੇ ਹਜ਼ੂਰ ਸਾਹਿਬ ਗਏ, ਉੱਥੇ ਇੱਕ ਛਾਵਣੀ ਨਿਹੰਗ ਸਿੰਘਾਂ ਸੀ ਤੇ ਸ਼ਾਮ ਦੇ ਵੇਲੇ ਇੱਕ ਨਿਹੰਗ ਸਿੰਘ ਬਜ਼ੁਰਗ, ਬਹੁਤ ਬਜ਼ੁਰਗ, ਰਹਿਰਾਸ ਸਾਹਿਬ ਦਾ ਪਾਠ ਕਰਕੇ ਤੇ ਅਰਦਾਸ ਕਰ ਰਹੇ ਸੀ। ਉਹ ਜਦੋਂ ਅਰਦਾਸ ਕੀਤੀ, ਉਹਨਾਂ ਨੇ ਪੜ੍ਹਿਆ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ, ਦੇਖ ਤੇਗ ਫਤਿਹ ਬਿਰਦ ਕੀ ਬੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਲੰਡੀ ਬੁੱਚੀ ਸ਼ੁਰ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਵਾਹਿਗੁਰੂ। ਉਹ ਸਾਡਾ ਹੱਸ ਨਿਕਲ ਗਿਆ, ਉਹਨੇ ਸਾਨੂੰ ਫੜ ਲਿਆ, ਕਹਿੰਦਾ ਤੁਸੀਂ ਪਾਮਰ ਹੈਗੇ ਹੋ, ਤੁਸੀਂ ਅਰਦਾਸ ਵਿਘਨ ਪਾਇਆ। ਸੋ ਬੜੀ ਮੁਸ਼ਕਲ ਨਾਲ ਉਹਨਾਂ ਕੋਲੋਂ ਜਾਨ ਛੁਡਾਈ। ਇਸ ਤਰ੍ਹਾਂ ਦੀ ਕਲਾ ਸੀ। ਉਹਨਾਂ ਨੇ ਜਿਹੜਾ ਖਾਲਸਾ ਰਾਜ ਦਾ ਸੁਪਨਾ ਜਿਹੜਾ ਸਿੱਖਾਂ ਦੇ ਅੰਦਰ ਰਾਜ ਕਰਨ ਦੀ ਚਾਹਨਾ ਜਿਹੜੀ ਹੈ, ਉਹਨਾਂ ਨੇ ਮਰਨ ਨਹੀਂ ਦਿੱਤੀ। ਇਹ ਜਿਹੜੀ ਲਗਨ ਉਹਨਾਂ ਨੇ ਲਟਕਾਈ ਰੱਖੀ ਹੈ, ਔਰ ਇਹ ਸ਼ਾਇਦ ਜਿੰਨੀ ਦੇਰ ਤੱਕ ਖਾਲਸਾ ਰਹੇਗਾ, ਉਹਦਾ ਇਹ ਰਹੇਗਾ ਕਿ ਅਸੀਂ ਰਾਜ ਕਰਨ ਲਈ ਜੰਮੇ ਆ, ਖਾਲੀ ਕੋਈ ਅਸੀਂ ਜਿਹੜੀ ਕੀ ਕਹਿੰਦੇ ਬੇਗਾਰ ਕਰਨ ਲਈ ਅਸੀਂ ਨਹੀਂ ਆਏ। ਜੀ ਬਿਲਕੁਲ, ਚੜ੍ਹਦੀ ਕਲਾ ਦਾ ਸੰਕਲਪ ਇਹ ਕੁੱਲ ਦੁਨੀਆ ਅਪਣਾ ਸਕਦੀ ਹੈ। ਆਪਾਂ ਦੇਖਦੇ ਹਾਂ ਜੀ, ਫਿਰ ਜਕਾਰਾ ਅੱਜ ਵੀ ਜਿਹੜਾ ਅੰਦੋਲਨ ਦੇ ਵਿੱਚ ਵੀ ਜਿਹੜਾ ਦਿੱਲੀ ਦੀਆਂ ਸਰਹੱਦਾਂ ਤੇ ਚੱਲ ਰਿਹਾ, ਉੱਥੇ ਵੀ ਉਤਸ਼ਾਹ ਦੇ ਰਿਹਾ। ਪੱਥਰ ਰੋਕਾਂ ਪਰੇ ਕਰਨੀਆਂ, ਕੰਡਿਆਲੀਆਂ ਵਾਲਾਂ ਟੱਪਣੀਆਂ, ਬੋਲੇ ਸੋ ਨਿਹਾਲ ਦੇ ਜਕਾਰੇ ਜਿਹੜੇ ਗੂੰਜਦੇ ਨੇ ਫਿਜ਼ਾ ਦੇ ਵਿੱਚ। ਨਿਹੰਗ ਸਿੰਘ ਜਥੇਬੰਦੀਆਂ ਬੜੇ ਲੰਮੇ ਜਕਾਰੇ ਲਾਉਂਦੀਆਂ ਨੇ, ਉਹਨਾਂ ਦਾ ਕੀ ਵੱਖਰਾ ਕਿਵੇਂ ਆ ਜੀ? ਨਹੀਂ, ਉਹ ਦੇਖੋ ਜਿਹੜੇ ਮਾਰਸ਼ਲ ਹੋਣਗੇ, ਜਿੰਨਾ ਤੁਸੀਂ ਕਿਸੇ ਬੰਦੇ ਨੂੰ ਨਾ ਕੁਝ ਨਾ ਕਰੋ, ਉਹਨੂੰ ਪਹਿਰਾਵਾ ਪਵਾ ਦਿਓ, ਦੇਖੋ ਉਹਨੂੰ ਕਿਵੇਂ ਜੋਸ਼ ਆ ਜਾਂਦਾ। ਉਹ ਖਾਲੀ ਪਹਿਰਾਵਾ ਪਾ ਦੇਣ ਦੇ ਨਾਲ ਹੀ ਆਏਗਾ। ਸੋ ਇਹ ਕੁਦਰਤੀ ਤੌਰ ਦੇ ਉੱਤੇ ਹੈਗਾ। ਦੂਸਰੀ ਗੱਲ ਇਹ ਹੈਗੀ ਹੈ ਕਿ ਸਾਡਾ ਇਤਿਹਾਸ ਜਿਹੜਾ ਸਾਡਾ ਇਤਿਹਾਸ ਹੈ, ਮੈਂ ਸਿਰਫ ਇੱਕ ਹਵਾਲਾ ਦੇਣਾ ਚਾਹਾਂਗਾ। ਅਬਦੁਲ ਸਮਦ ਬਹਾਦਰ ਸ਼ਾਹ ਦੇ ਬਾਅਦ, ਜ਼ਕਰੀਆ ਖਾਨ ਦੇ ਬਾਅਦ ਅਬਦੁਲ ਸਮਦ ਉਹ ਬਣਿਆ, ਜਿਸ ਵੇਲੇ ਪੰਜਾਬ ਦਾ ਗਵਰਨਰ ਬਣਿਆ, ਤੇ ਉਸਦਾ ਵਜ਼ੀਰ ਸੀ। ਉਹਨੇ ਇੱਕ ਕਿਤਾਬ ਲਿਖੀ ਹੈ ਅਸਰਾਰੇ ਸਮਦੀ, ਪੰਜਾਬੀ ਯੂਨੀਵਰਸਿਟੀ ਨੇ ਛਾਪੀ ਹੈ। ਉਹਨੇ ਲਿਖਿਆ, ਉਹ ਕਹਿੰਦਾ ਜੀ ਕਿ ਮੈਂ ਦੇਖ ਰਿਹਾ ਸਿੱਖ ਇੰਨਾ ਬੁਰਾ ਹਾਲ ਹੈ ਇਹਨਾਂ ਦਾ ਕਿ ਇਹ ਭੁੱਖ ਦੇ ਨਾਲ ਕੋਈ ਪੱਤਾ ਨਹੀਂ ਰਿਹਾ, ਕੋਈ ਬਨਸਪਤੀ ਨਹੀਂ ਰਹੀ, ਇਹ ਮਿੱਟੀ ਖੁਰਚ ਕੇ ਖਾਂਦੇ, ਮੈਂ ਖੁਦ ਵੇਖਿਆ। ਪਰ ਦੂਜੇ ਪਾਸੇ ਕਹਿੰਦਾ ਇਹਨਾਂ ਦਾ ਸਿਰ ਜਿਹੜਾ ਹੈ ਉਹ ਦੂਰਾ ਹੋ ਕੇ ਤੇ ਕਮਾਨ ਵੰਗਣ ਪੇਟ ਦੇ ਨਾਲ ਲੱਗ ਗਿਆ। ਇਤਨਾ ਬੁਰਾ ਹਾਲ ਹੈ। ਕਹਿੰਦਾ ਪਰ ਜਦੋਂ ਮੈਂ ਦੇਖਦਾ ਇਹ ਬੰਦੇ ਦੇਖਦੇ ਐ ਕਿਸੇ ਦੁਸ਼ਮਣ ਨੂੰ ਹਾਥੀ ਤੇ ਚੜਿਆ, ਉਹ ਕਹਿੰਦਾ ਮੈਨੂੰ ਨਹੀਂ ਸਮਝ ਆਉਂਦੀ। ਅਸਰਾਰੇ ਸਮਦੀ ਕਿਤਾਬ ਪੰਜਾਬੀ ਯੂਨੀਵਰਸਿਟੀ ਦੀ ਹੈ, ਛੋਟੀ ਜਿਹੀ ਕਿਤਾਬ ਹੈ। ਉਹ ਕਹਿੰਦਾ ਇਹ ਛਾਲ ਮਾਰ ਕੇ ਹੋਦੇ ਤੂੰ ਉਹਨੂੰ ਲਾ ਲੈਂਦੇ ਆ ਥੱਲੇ। ਇਹ ਜਜ਼ਬਾ ਕਿੱਥੋਂ ਆਉਂਦਾ? ਇਹਦਾ ਮਤਲਬ ਹੈ ਜਿਹੜਾ ਹੁਣ ਅੱਜ ਕੀ ਹੈ, ਕਿਉਂ
ਅਸੀਂ ਇੱਥੇ ਬੈਠੇ ਜਿਹੜੇ ਹੈ ਭਾਵੇਂ ਜਿੰਨੇ ਮਰਜ਼ੀ ਆਰਾਮ ਦੀ ਜ਼ਿੰਦਗੀ ਹੋਏ, ਕਦੀ ਸੋਚ ਸਕਦਾ ਕਿ ਠੰਡੇ ਪਾਣੀ ਨਾਲ ਸੜਕ ਦੇ ਉੱਤੇ ਨਹਾ ਲਵੇ? ਉਹ ਬਜ਼ੁਰਗ ਜਿਹੜੇ ਤੁਸੀਂ ਦੇਖ ਰਹੇ ਹੋ, ਕਿਹੜੀ ਚੀਜ਼ ਪ੍ਰੇਰਨਾ ਦੇ ਰਹੀ ਹੈ ਉਹਨਾਂ ਨੂੰ? ਉਹ ਠੰਡਾ ਬੁਰਜ ਜਿਹੜਾ ਪ੍ਰੇਰਨਾ ਦੇ ਰਿਹਾ ਉਹਨਾਂ ਨੂੰ। ਉਹ ਸਾਰੀਆਂ ਪੁਰਾਣੀਆਂ ਚੀਜ਼ਾਂ ਜਿਹੜੀਆਂ ਪੰਥ ਪ੍ਰਕਾਸ਼ ਲਿਖਿਆ ਹੈ ਕਿ ਦੋ ਸਿੰਘ ਸੀ ਤੇ ਉਹਨਾਂ ਦੇ ਸਾਹਮਣੇ ਜਦੋਂ ਉਹਨਾਂ ਨੇ ਦੇਖਿਆ ਕਿ ਮੁਗਲ ਹਾਥੀ ਦੇ ਉੱਤੇ ਹੈ, ਉਹ ਥੋੜਾ ਜਿਹਾ ਡਰ ਗਿਆ ਤੇ ਦੂਜਾ ਉਹਨੂੰ ਕਹਿਣ ਲੱਗਾ, ਪੰਥ ਪ੍ਰਕਾਸ਼ ਲਿਖਿਆ, ਯਾਰ ਗੱਲ ਸੁਣ, ਅਸੀਂ ਜਦੋਂ ਨਿੱਕੇ ਹੁੰਦੇ ਸੀ ਤੇ ਅਸੀਂ ਦੋ ਮੱਝਾਂ ਦੇ ਉੱਤੋਂ ਟੱਪ ਜਾਂਦੇ ਸੀ, ਅੱਜ ਤੂੰ ਇਹ ਮੁਗਲਾਂ ਦੇ ਕੱਟੇ ਕੋਲੋਂ ਡਰੀ ਜਾਂਦਾ। ਸੋ ਇਹ ਜਿਹੜਾ ਪੁਰਾਣਾ ਇਤਿਹਾਸ ਹੁੰਦਾ ਨਾ ਜੀ, ਇਹ ਬੰਦੇ ਨੂੰ ਪ੍ਰੇਰਨਾ ਦਿੰਦਾ ਹੈ। ਅਗਰ ਗੁਰੂ ਸਾਹਿਬ ਨੇ ਉਹ ਸ਼ਹੀਦੀ ਜੋਤ ਖੁਦ ਨਾ ਜਗਾਈ ਹੁੰਦੀ, ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਖੁਦ ਨਾ ਸ਼ਹੀਦ ਹੋਏ ਹੁੰਦੇ, ਅੱਗੋਂ ਫਿਰ ਉਹਨਾਂ ਦੇ ਪੋਤਰੇ ਨੇ ਨਹੀਂ ਸੀ ਹੋਣਾ, ਫਿਰ ਅੱਗੋਂ ਉਹਨਾਂ ਦੇ ਪੋਤਰਿਆਂ ਨੇ ਨਹੀਂ ਸੀ ਹੋਣਾ ਜੀ। ਸਰਬੰਸਦਾਨੀ ਐਵੇਂ ਨਹੀਂ ਖਵਾਏ, ਪਰਿਵਾਰ ਵਾਰਨਾ ਕੋਈ ਸੌਖਾ ਨਹੀਂ ਹੁੰਦਾ। ਇੱਕੋ ਪਰਿਵਾਰ ਦੇ ਵਿੱਚ ਇੰਨੀਆਂ ਜਿਹੜੀਆਂ ਸ਼ਹਾਦਤਾਂ ਹੋਣੀਆਂ। ਲਾਂਬਾ ਸਾਹਿਬ ਬੜੀਆਂ ਗੱਲਾਂ ਕਰਨ ਵਾਲੀਆਂ ਨੇ, ਦਿਲ ਭਰਿਆ ਪਿਆ ਕਿ ਆਹ ਵੀ ਪੁੱਛ ਲਾਂ, ਪਰ ਸਮਾਂ ਸਾਨੂੰ ਹਜੇ ਆਗਿਆ ਨਹੀਂ ਦਿੰਦਾ। ਆਪਾਂ ਫਿਰ ਇੱਕ ਹੋਰ ਪ੍ਰੋਗਰਾਮ ਉਲੀਕਾਂਗੇ ਤੇ ਮੈਂ ਤੁਹਾਨੂੰ ਇਹ ਜ਼ਰੂਰ ਜਾਂਦੇ ਪੁੱਛਣਾ ਚਾਹਾਂਗਾ ਕਿ ਇਹ ਸਾਰੀ ਜਿਹੜੀ ਸਿੱਖ ਰਹਿਤ ਮਰਿਆਦਾ ਹੈ, ਇਹ ਅੱਜ ਦੇ ਸਮੇਂ 'ਚ ਇਹਦੀ ਸ਼ਿੱਦਤ ਨਾਲ ਲੋੜ ਕਿਉਂ ਮਹਿਸੂਸ ਕੀਤੀ ਜਾ ਰਹੀ ਹੈ ਫਿਰ ਤੋਂ, ਜਾਂ ਇਹਦੀ ਸਾਰਥਕਤਾ ਕਿਵੇਂ ਬਣੀ ਹੋਈ ਹੈ ਜੀ? ਮੈਂ ਬੜਾ ਸਿੰਪਲ ਦੱਸਾਂਗਾ। ਪਹਿਲਾਂ ਤਾਂ ਮੈਂ ਤੁਹਾਨੂੰ ਇਹ ਕਿਤਾਬ ਦਿਖਾ ਦਿਆਂ। ਇਹ ਕਿਤਾਬ ਹੈਗੀ ਹੈ ਜਿਹੜੀ ਕਿ ਸਿੱਖ ਰਹਿਤ ਮਰਿਆਦਾ ਜੀ ਕੀ, ਹਾਂਜੀ, ਜਿਹੜੀ ਕਿ ਔਰ ਇਸ ਕਿਤਾਬ ਨੂੰ ਜਾਰੀ ਕਰਨ ਲੱਗਿਆਂ ਇਹਦੇ ਬਾਰੇ ਅਸੀਸ ਦਿੱਤੀ ਹੈ ਸਾਨੂੰ ਹਰਮੰਦਰ ਸਾਹਿਬ ਦੇ ਹੈਡ ਗ੍ਰੰਥੀ ਸਾਰੇ ਤਖਤ ਸਾਹਿਬਾਨ ਤੋਂ, ਅਕਾਲ ਤਖਤ ਸਾਹਿਬ ਪਟਨਾ ਸਾਹਿਬ, ਹਜ਼ੂਰ ਸਾਹਿਬ ਤੇ ਸਾਰੇ ਕੇਸਗੜ੍ਹ ਸਾਹਿਬ, ਸਾਰੇ ਤਖਤ ਸਾਹਿਬਾਨ ਤੋਂ, ਸਾਰੀਆਂ ਸੰਪਰਦਾਵਾਂ ਤੋਂ, ਨਿਹੰਗ ਸਿੰਘ ਜਥੇਬੰਦੀਆਂ, ਟਕਸਾਲਾਂ, ਸਾਰਿਆਂ ਤੋਂ ਇਹਦੇ ਬਾਰੇ ਮਿਲੀ ਹੈ। ਇਹਦਾ ਕਾਰਨ ਇਹ ਹੈ ਜੀ ਕਿ ਇਸ ਰਹਿਤ ਮਰਿਆਦਾ ਦੀ ਸਾਰਥਕਤਾ ਇਹ ਹੈ ਕਿ ਸਾਨੂੰ 1900 ਦੇ ਕਰੀਬ ਦਾ ਸਮਾਂ ਦੇਖਣਾ ਪਏਗਾ ਜਦੋਂ ਸਿੱਖ ਰਾਜ ਗਿਆ। ਸਾਡੀ ਹਾਲਤ ਇੰਨੀ ਖਰਾਬ ਸੀ, ਅਗਰ ਤੁਸੀਂ 1900 ਦੇ ਕਰੀਬ ਦਾ 1910-15 ਦਾ ਸਾਡਾ ਇਤਿਹਾਸ ਪੜ੍ਹੋਗੇ, ਕੋਈ ਸਿੱਖ ਬੀਬੀ ਨਹੀਂ ਸੀ ਜਿਹਦੇ ਅੱਗੇ ਕੌਰ ਲੱਗਾ ਹੋਇਆ ਸੀ, ਕੋਈ ਗੁਰਦੁਆਰਾ ਨਹੀਂ ਸੀ ਜਿਹੜਾ ਮਹੰਤਾਂ ਦੇ ਕਰਪਸ਼ਨ ਦੇ ਅੱਡੇ ਨਹੀਂ ਸੀ। ਤਰਨਤਾਰਨ ਸਾਹਿਬ ਦੇ ਵਿੱਚ ਗੰਦੇ ਮੇਲੇ ਲੱਗਦੇ ਸੀ। ਮੱਸਿਆ ਦਾ ਗੰਦਾ ਮੇਲਾ ਤਰਨਤਾਰਨ ਸਾਹਿਬ ਦੀ ਪਰਿਕਰਮਾ 'ਚ ਲੱਗਦਾ ਸੀਗਾ। ਉੱਥੇ ਉਹ ਜਿਹੜੇ ਛੋਲੇ ਪੂੜੀਆਂ ਵਾਲੇ, ਜਿਹੜੇ ਹੋਰ ਗੋਲ ਗੱਪਿਆਂ ਵਾਲੇ, ਭੱਲਿਆਂ ਦੀਆਂ ਰੇਹੜੀਆਂ ਲੱਗਦੀਆਂ ਸੀ, ਗੰਦੇ ਨਾਚ ਹੁੰਦੇ ਸੀ, ਗਾਣੇ ਹੁੰਦੇ ਸੀ। ਉੱਥੇ ਆਈਆਂ ਬੀਬੀਆਂ ਨੂੰ ਉਹ ਮਹੰਤਾਂ ਦੇ ਗੁੰਡੇ ਉੱਥੋਂ ਉਛਾਲ ਦਿੰਦੇ ਸੀਗੇ। ਔਰ ਜਦੋਂ ਭਾਈ ਮੋਹਨ ਸਿੰਘ ਜੀ ਨੇ, ਵੈਦ ਜੀ ਨੇ ਜਦੋਂ ਮਹੰਤ ਨੂੰ ਕਿਹਾ ਕਿ ਤੂੰ ਇਹ ਕੰਮ ਨਾ ਕਰ, ਹਮੇਸ਼ਾ ਬਾਰਿਸ਼ ਨਹੀਂ ਹੁੰਦੀ, ਉਹਨੇ ਕਿਹਾ ਸੀ ਇਹ ਹਰਮੰਦਰ ਸਾਹਿਬ, ਇਹ ਤਰਨਤਾਰਨ ਸਾਹਿਬ ਸਾਡੀ ਦੁਕਾਨ ਹੈ। ਅਸੀਂ ਦੇਖੋ ਅੱਜ ਬੜੇ ਆਰਾਮ ਨਾਲ ਕਹਿ ਰਹੇ ਹਾਂ ਮਰਿਆਦਾ ਦੀ ਕੀ ਲੋੜ ਹੈ, ਕਦੀ ਤੁਸੀਂ ਉਸ ਹਾਲਾਤ ਨੂੰ ਦੇਖੋ। ਔਰ ਉਸਨੇ ਨੇ ਕਿਹਾ ਕਿ ਸਾਡੀ ਦੁਕਾਨ ਹੈ, ਇੱਥੇ ਅਸੀਂ ਉਹ ਸੌਦਾ ਵੇਚਾਂਗੇ ਜਿਹੜਾ ਲੋਕਾਂ ਨੂੰ ਪਸੰਦ ਆਏ, ਜਿਨ੍ਹਾਂ ਨੂੰ ਸ਼ਰਮ ਹੈ ਆਪਣੀਆਂ ਧੀਆਂ ਭੈਣਾਂ ਨਾ ਭੇਜਣ। ਹਰਮੰਦਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਜਿਹੜੇ ਸੀ ਮੂਰਤੀਆਂ ਪਈਆਂ ਸੀ, ਈਸਾ ਮਸੀਹ ਦੀ ਫੋਟੋ ਲੱਗੀ ਸੀ, ਯਾਨੀ ਕਿ ਜਿਹੜਾ ਮਰਜ਼ੀ ਆ ਕੇ ਜੋ ਮਰਜ਼ੀ ਕਰ ਜਾਏ। ਉਹੀ ਜਿਵੇਂ ਪੁਰਾਣੇ ਸਿੰਘ ਪੜ੍ਹਦੇ ਸੀ, ਕੁਝ ਅੰਨ ਦੇ, ਕੋਈ ਧਨ ਦੇ, ਕੋਈ ਪਹਾੜਾਂ ਵਾਲੀ ਰੰਨ ਦੇ, ਕੋਈ ਢੋਲ ਢਮੱਕਾ ਸਰਵਰ ਦਾ ਤੇ ਹੇੜਸ ਬਾਬੇ ਨਾਨਕ ਦੀ, ਉਹ ਹਾਲ ਹੋਇਆ ਪਿਆ ਸੀਗਾ। ਮਹੰਤਾਂ ਦੀ ਕਰਪਸ਼ਨ, ਔਰ ਜਿਹੜੇ ਸਰਦਾਰ ਸੀਗੇ ਉਹਨਾਂ ਦੀ ਵੀ ਹਾਲਤ ਵੀ ਇੰਨੀ ਮਾੜੀ ਹੋ ਗਈ ਸੀਗੀ ਕਿ ਤੁਸੀਂ ਅੰਦਾਜ਼ਾ ਨਹੀਂ ਲਗਾ ਸਕਦੇ ਜੋ ਕੁਝ ਹੁੰਦਾ ਸੀਗਾ, ਜਿਸ ਤਰੀਕੇ ਨਾਲ ਉਹਨਾਂ ਦਾ ਕਿਰਦਾਰ ਹੋ ਚੁੱਕਾ ਸੀਗਾ। ਔਰ ਜਦੋਂ ਸਿੱਖਾਂ ਨੇ, ਉਹਨਾਂ ਨੇ, ਬਜ਼ੁਰਗਾਂ ਨੇ, ਸਾਡਿਆਂ ਨੇ ਕੁਰਬਾਨੀਆਂ ਕਰਕੇ ਜਦੋਂ ਹਰਮੰਦਰ ਸਾਹਿਬ ਔਰ ਉਹਦਾ ਕਬਜ਼ਾ ਲਿਆ, ਇੱਕ ਬੜੀ ਵੱਡੀ ਗੱਲ ਸੀ ਕਿ ਹਰਮੰਦਰ ਸਾਹਿਬ ਦੇ ਦੁਆਲੇ ਜਿੰਨੇ ਗੁਰਦੁਆਰੇ ਸੀ, ਜਿੰਨੇ ਗੁਰਦੁਆਰੇ ਮਹੰਤਾਂ ਤੋਂ ਛੁਡਾਏ ਗਏ ਸੀ, ਸਾਰਿਆਂ ਦੇ ਵਿੱਚ ਵੱਖਰੀ ਵੱਖਰੀ ਮਰਿਆਦਾ ਲਾਗੂ ਸੀ। ਕਿਸੇ 'ਚ ਪਾਠ ਦੀ, ਕਿਸੇ ਪ੍ਰਸ਼ਾਦ ਦੀ, ਕਿਸੇ ਦੀ ਅਰਦਾਸ ਦੀ, ਕਿਸੇ 'ਚ ਕੁਝ, ਉਹ ਯਾਨੀ ਵੱਖ-ਵੱਖ ਦੁਕਾਨਾਂ ਸੀਗੀਆਂ। ਇਹ ਇੱਕੋ ਕਾਰਨ ਬੜਾ ਜ਼ਰੂਰੀ ਸੀ ਕਿ ਇੱਕ ਮਰਿਆਦਾ ਪੰਥ ਦੀ ਹੋਏ। ਜੇਕਰ ਇਹ ਨਾ ਹੁੰਦੀ, ਅੱਜ ਤੁਸੀਂ ਪੰਜਾਬ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਬੜੀਆਂ ਕਮੀਆਂ, ਬੜੀਆਂ ਹੋਣਗੀਆਂ, ਬੜੀਆਂ ਚੀਜ਼ਾਂ, ਪਰ ਉਹਦੀ ਦਰੁਸਤਗੀ ਦੀ ਲੋੜ ਹੈ। ਇਹ ਨਹੀਂ ਕਿ ਉਹਨਾਂ ਨੂੰ ਮਾਫੀ ਹੈ, ਪਰ ਇੱਕ ਗੱਲ ਹੈ, ਤੁਸੀਂ ਕਿਸੇ ਗੁਰਦੁਆਰੇ ਚਲੇ ਜਾਓ, ਤੁਸੀਂ ਬਿਲਕੁਲ ਨਿਸ਼ਚਿੰਤ ਹੋ ਕੇ ਮੱਥਾ ਟੇਕਦੇ ਹੋ, ਤੁਸੀਂ ਔਰ ਗੁਰੂ ਤੁਹਾਡੇ ਵਿਚਕਾਰ ਹੁੰਦਾ, ਹੋਰ ਕੋਈ ਨਹੀਂ ਹੁੰਦਾ। ਤੁਹਾਨੂੰ ਇਹ ਨਹੀਂ ਪਤਾ ਕਿਹੜਾ ਮਾਲਕ ਹੈ। ਪਰ ਤੁਸੀਂ ਇੱਥੇ ਅਮਰੀਕਾ 'ਚ ਹੀ ਆ ਜਾਓ, ਕਿਸੇ ਗੁਰਦੁਆਰੇ ਚਲੇ ਜਾਓ, ਇਹ ਹੋਏਗਾ ਇਹ ਫਲਾਣੀ ਬਰਾਦਰੀ ਦਾ, ਇਹ ਫਲਾਣੀ ਜਥੇ ਦਾ, ਇਹ ਫਲਾਣੇ ਦਲ ਦਾ, ਇਹ ਫਲਾਣੇ ਦਾ ਹੈਗਾ। ਗੁਰੂ ਕਿਹੜਾ ਗੁਰਦੁਆਰਾ ਹੈਗਾ ਇਹ ਨਹੀਂ ਹੈ।
ਪਰ ਇਹ ਜਿਹੜੀ ਚੀਜ਼ ਸੀ ਇਟਸੈਲਫ ਇੱਕ ਬੜਾ ਵੱਡਾ ਕਾਰਨ ਸੀ ਕਿ ਪੂਰੇ ਪੰਥ ਦੀ ਇੱਕ ਮਰਿਆਦਾ ਹੋਣੀ ਚਾਹੀਦੀ ਹੈ। ਹੁਣ ਵੀ ਜਿਹੜੇ ਗੁਰਦੁਆਰੇ ਉਸ ਐਕਟ ਦੇ ਅੰਡਰ ਨਹੀਂ ਹੈਗੇ ਉਹ ਤੁਸੀਂ ਦੇਖੋਗੇ ਉਹਨਾਂ 'ਚ ਵੱਖ-ਵੱਖ ਮਰਿਆਦਾ ਅਜੇ ਵੀ ਲਾਗੂ ਹੋਏਗੀ। ਜੀ ਬਿਲਕੁਲ ਜੀ। ਔਰ ਦੇਖੋ ਆਪਾਂ ਇਹ ਸਾਰੀ ਗੱਲਬਾਤ ਨਾਲ ਜੀ ਇਹਨਾਂ ਨੇ ਘੱਟੋ ਘੱਟ ਹਜ਼ੂਰ ਸਾਹਿਬ ਵਿੱਚ ਵੀ ਕਾਫੀ ਚੇਂਜਸ ਆਈਆਂ, ਪਟਨਾ ਸਾਹਿਬ ਵਿੱਚ ਆਈਆਂ, ਹੋਰ ਥਾਵਾਂ ਤੇ ਆਈਆਂ। ਸੋ ਜੇ ਮਰਿਆਦਾ ਇੱਕ ਹੋਏਗੀ ਤਾਂ ਐਸਾ ਨਾ ਹੋਏ ਕਿ ਕਿਧਰੇ ਫਿਰ ਜਿਵੇਂ ਹੁਣ ਇੱਕ ਮੈਨੂੰ ਪਿੱਛੇ ਚੰਡੀਗੜ੍ਹ ਇੱਕ ਸੱਜਣ ਕਹਿ ਰਹੇ ਸੀ ਜੀ ਅਸੀਂ ਤਾਂ ਜੀ ਉਹਦੇ 'ਚ ਹੁਣ ਉਹ ਗੁੜ ਪਾਣਾ ਸ਼ੱਕਰ ਪਾਣੀ ਸ਼ੁਰੂ ਕਰਤੀ। ਗੱਲ ਤਾਂ ਇਹ ਹੈ ਕਿ ਜਿੱਥੇ ਵੀ ਸਿੱਖ ਜਾਏ ਉਹਨੂੰ ਇੱਕੋ ਲੱਗੇ ਕਿ ਮੈਂ ਇੱਕੋ ਥਾਂ ਤੇ ਆਇਆ, ਹਰ ਜਗ੍ਹਾ ਦੀ ਰੈਸਪੀ ਵੀ ਇੱਕੋ ਹੋਏ, ਹਰ ਚੀਜ਼ ਇੱਕੋ ਹੋਏ, ਮਰਿਆਦਾ ਇੱਕ ਹੋਏ। ਇਹ ਬੜੀ ਵੱਡੀ ਲੋੜ ਹੈ ਜੇ ਅਸੀਂ ਪੰਥ ਨੂੰ ਇੱਕ ਰੱਖਣਾ। ਬਹੁਤ ਬਹੁਤ ਸ਼ੁਕਰੀਆ ਜੀ। ਆਪਾਂ ਇੱਕ ਐਪੀਸੋਡ ਹੋਰ ਅੱਗੇ ਲਿਆਵਾਂਗੇ ਜੀ। ਸਾਡੇ ਸਾਰੇ ਦੇਖਣ ਵਾਲਿਆਂ ਨੂੰ ਮੈਂ ਦੱਸ ਦਿਆਂ ਕਿ ਅਗਲੇ ਹਿੱਸੇ ਦੇ ਵਿੱਚ ਫਿਰ ਅਸੀਂ 5 ਕਕਾਰਾਂ ਬਾਰੇ, 4 ਕੁਰੈਤਾਂ ਬਾਰੇ, ਮੀਟ ਖਾਣ ਜਾਂ ਨਾ ਖਾਣ ਬਾਰੇ, ਝਟਕਾ ਹਲਾਲ, ਬਹੁਤ ਸਾਰੀਆਂ ਗੱਲਾਂ ਜਿਹੜੀਆਂ ਤੋਂ ਅਜੇ ਧੂੜ ਝਾੜਨੀ ਬਾਕੀ ਪਈ ਹੈ, ਜਿਹੜੇ ਵੱਡੇ ਭੁਲੇਖੇ ਖੜੇ ਨੇ ਉਹ ਦੂਰ ਕਰਨ ਦਾ ਅਸੀਂ ਆਪਣੀ ਸਮਝ ਮੁਤਾਬਕ ਯਤਨ ਕਰਾਂਗੇ। ਅੱਜ ਲਈ ਇੰਨਾ ਹੀ ਕਾਫੀ ਜੀ। ਇੱਥੇ ਦਿਓ ਆਗਿਆ। ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।